ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ। ਸ਼੍ਰੀ ਹਰਿ ਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਹਰੋਂ ਤਹਰਾ ਭਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦਾਂ ਕਰ ਅਨੁਰਾਗਾ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੁਮ ਹੋ ਧਨ ਸਦਾ ਜੁਗਲੋਕ, ਹਮ ਵੀ ਧਨ ਜੇ ਦਰਸ ਬਿਲੋਕ। ਇਹ ਰਾਵਰ ਕੋ ਬੜ ਉਪਕਾਰਾ, ਕਥਾ ਸੁਨਾਈ ਕਰ ਵਿਸਤਾਰਾ। ਤੁਮ ਹੋ ਧਨ ਸਦਾ ਜੁਗਲੋਕ, ਹਮ ਵੀ ਧਨ ਜੇ ਦਰਸ ਬਿਲੋਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਪਹਾਨਾਨ ਪਹਾਨ, ਦੇਵਾਨ ਦੇਵ, ਉਪਮਾ ਮਹਾਨ। ਧੰਨ ਧੰਨ ਜੁਗਾ ਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ। ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ, ਧੰਨ ਧੰਨ ਸਾਹਿਬਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ।
ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਜੋ 12 ਰਾਸਾਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਇਤਿਹਾਸ ਲਿਖਣਾ ਕੀਤਾ। ਤੀਜੀ ਰਾਸ ਦੀ ਸਮਾਪਤੀ ਹੋਈ ਸੀ ਤੇ ਚੌਥੀ ਰਾਸ ਦੀ ਆਪਾਂ ਨੇ ਆਰੰਭਤਾ ਕੀਤੀ। ਆਰੰਭਤਾ ਦੇ ਵਿੱਚ ਜੋ ਮੰਗਲਾ ਚਰਨ ਆਏ ਹਨ ਉਹਦੀ ਆਪਾਂ ਨੇ ਕੱਲ ਦੇ ਦੀਵਾਨਾਂ ਦੇ ਵਿੱਚ ਵਿਚਾਰ ਕੀਤੀ ਹੈ। ਉਹ ਤੋਂ ਬਾਅਦ ਇਹ ਜੋ ਕਥਾ ਜੋ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਇਹ ਕਥਾ ਜਿਹੜੀ ਹੈ ਇਤਿਹਾਸ ਦੀ ਜਿੱਥੋਂ ਕਵੀ ਰਾਜ ਜੀ ਨੂੰ ਪ੍ਰਾਪਤ ਹੋਈ ਹੈ, ਉਹ ਜਿਹੜੇ ਸਰੋਤ ਜਿਹੜੇ ਹਨ ਉਹਨਾਂ ਨੇ ਜ਼ਿਕਰ ਕਰਨਾ ਕੀਤਾ। ਵਿਸ਼ੇਸ਼ ਕਰਕੇ ਭਾਈ ਰਾਮ ਕੁਵੇੜ ਜੀ ਜਿਹੜੇ ਹਨ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਉਣਾ ਕੀਤਾ। ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜੇ ਆਂਸ ਬਾਂਸ ਦੇ ਵਿੱਚੋਂ ਸਨ। ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਰਾਮ ਕੁਵੇੜ ਜੀ ਨੂੰ ਇਸ ਇਲਾਕੇ ਤੋਂ ਤੋਰਨਾ ਕੀਤਾ, ਵਾਪਸ ਭੇਜਿਆ, ਕਿਹਾ ਕਿ ਜਾਓ ਤੁਸੀਂ ਪੰਜਾਬ ਦੀ ਧਰਤੀ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਕਰੋ। ਭਾਈ ਰਾਮ ਕੁਵੇੜ ਜੀ ਉਸ ਵੇਲੇ ਪੰਜਾਬ ਦੀ ਧਰਤੀ ਤੇ ਆਏ ਤੇ ਉਹ ਰਮਦਾਸ ਦੇ ਵਿੱਚ ਰਹਿ ਕਰਕੇ ਜਦੋਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਿਆ ਕਰਦੇ ਸਨ ਤੇ ਵਿਸ਼ੇਸ਼ ਕਰਕੇ ਗੁਰੂ ਕੀ ਸੰਗਤ ਜਿਹੜੀ ਹੈ ਗੁਰੂ ਕਾ ਖਾਲਸਾ ਉਹ ਭਾਈ ਰਾਮ ਕੁਵੇੜ ਜੀ ਦੇ ਕੋਲ ਪਹੁੰਚਿਆ। ਉਹਨਾਂ ਨੇ ਬੇਨਤੀ ਕੀਤੀ, ਬਾਬਾ ਜੀ ਆਪ ਜੀ ਦਾ ਜਿਹੜਾ ਵੰਸ਼ ਜਿਹੜਾ ਹੈ ਪਰਿਵਾਰ ਜਿਹੜਾ ਸਤਿਕਾਰਯੋਗ ਪਰਿਵਾਰ ਹੈ, ਆਪ ਜੀ ਦੇ ਪਰਿਵਾਰ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕਰਕੇ ਆਪ ਜੀ ਤੱਕ ਆਪ ਜੀ ਨੇ ਸਤਿਗੁਰੂ ਮਹਾਰਾਜ ਜੀ ਦਾ ਨਿਗ ਮਾਨਣਾ ਕੀਤਾ। ਸਤਿਗੁਰੂ ਮਹਾਰਾਜ ਜੀ ਦੇ ਇਤਿਹਾਸ ਤੋਂ ਆਪ ਜੀ ਜਾਣੂ ਹੋ। ਨਾਲ ਪੁਰਾਤਨ ਜਿਹੜੀਆਂ ਸਾਖੀਆਂ ਜਿਹੜੀਆਂ ਹਨ ਥਾਂ ਥਾਂ ਤੇ ਆਪ ਜੀ ਦੇ ਪਰਿਵਾਰ ਵਾਲਿਆਂ ਨੇ ਉਹਨੂੰ ਦਰਜ ਕਰਨਾ ਕੀਤਾ। ਕਿਰਪਾ ਕਰੋ ਉਹ ਸਾਰੀ ਕਥਾ ਜਿਹੜੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਪ੍ਰਿਅੰਤ ਤੱਕ ਉਹ ਸਾਰਾ ਇਤਿਹਾਸ ਆਪ ਸਾਨੂੰ ਸਰਵਣ ਕਰਾਉਣਾ ਕਰੋ। ਉਸ ਵੇਲੇ ਭਾਈ ਰਾਮ ਕੁਵੇੜ ਜੀ ਨੇ ਇਹ ਕਥਾ ਜਿਹੜੀ ਹੈ ਉਚਾਰਨ ਕਰਨੀ ਕੀਤੀ ਵਾਰਤਕ ਦੇ ਵਿੱਚ ਤੇ ਨਾਲ ਸੰਗਤਾਂ ਇਹਨੂੰ ਸਰਵਣ ਕਰਦੀਆਂ। ਕਈ ਲਿਖਾਰੀਆਂ ਨੇ ਫਿਰ ਬੈਠ ਕਰਕੇ ਇਹ ਸਾਰੀ ਕਥਾ ਜਿਹੜੀ ਹੈ ਇਹ ਇਤਿਹਾਸ ਦੀ ਉਹਨੂੰ ਲਿਖਣਾ ਕੀਤਾ। ਫਿਰ ਬਾਅਦ ਦੇ ਵਿੱਚ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਜਦੋਂ ਇਹ ਇਤਿਹਾਸ ਦਾ ਗ੍ਰੰਥ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਣਾ ਆਰੰਭ ਕੀਤਾ ਤੇ ਉਹਨਾਂ ਨੇ ਬਹੁਤ ਸਾਰੇ ਸਰੋਤ ਜਿਹੜੇ ਹਨ ਇਤਿਹਾਸ ਦੇ ਜਨਮ ਸਾਖੀਆਂ ਆਦਿਕਾ ਉਹਨਾਂ ਨੂੰ ਪ੍ਰਾਪਤ ਕਰਨਾ ਕੀਤਾ ਤੇ ਉਹਨਾਂ ਨੇ ਉਚੇਤੇ ਤੌਰ ਤੇ ਵਿਸ਼ੇਸ਼ ਕਰਕੇ ਇਹ ਜਿਹੜਾ ਗ੍ਰੰਥ ਜਿਹੜਾ ਹੈ ਇਹਦਾ ਹਵਾਲਾ ਦਿੱਤਾ ਕਿ ਭਾਈ ਰਾਮ ਕੁਵੇੜ ਜੀ ਨੇ ਜੋ ਕਥਾ ਉਚਾਰਨ ਕਰਨੀ ਕੀਤੀ ਹੈ ਮੈਂ ਉਹਨੂੰ ਫਿਰ ਸ਼ੰਦਾਬੰਦੀ ਦੇ ਵਿੱਚ ਉਹਨੂੰ ਉਚਾਰਨ ਕਰਨ ਲੱਗਾ ਹਾਂ। ਉਹ ਇਤਿਹਾਸ ਮੈਨੇ ਦਰਜ ਕਰਨਾ ਕੀਤਾ। ਸੋ ਆਓ ਸਾਧ ਸੰਗਤ ਜੀ ਜਿਹੜੀਆਂ ਸੰਗਤਾਂ ਬਾਬਾ ਰਾਮ ਕੁਵੇੜ ਸਾਹਿਬ ਜੀ ਨੂੰ ਬੇਨਤੀਆਂ ਕਰ ਰਹੀਆਂ ਸਨ, ਕੱਲ ਦੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਸੰਗਤਾਂ ਨੇ ਬਚਨ ਕੀਤਾ ਕਿ ਬਾਬਾ ਜੀ ਆਪ ਜੀ ਨੂੰ ਮਹਾਰਾਜ ਜੀ ਨੇ ਵਰ ਦਿੱਤਾ ਸੀ, ਬਚਨ ਕੀਤਾ ਕਿ ਕਿਹਾ ਕਿ ਜਦੋਂ ਵੀ ਆਪ ਜੀ ਦੇ ਮਨ ਦੇ ਵਿੱਚ ਦਰਸ਼ਨਾਂ ਦੀ ਪਿਆਸ ਪੈਦਾ ਹੋਵੇ ਆਪ ਜੀ ਤਿਆਰ ਪਰ ਤਿਆਰ ਹੋ ਕਰਕੇ ਗੁਰਬਾਣੀ ਦਾ ਜਾਪ ਕਰਕੇ ਜੰਗਲਾਂ ਦੇ ਵੱਲ ਸ਼ਿਕਾਰ ਖੇਡਣ ਵਾਸਤੇ ਜਾਓ ਤੇ ਉੱਥੇ ਆਪ ਜੀ ਨੂੰ ਸਾਡੇ ਦਰਸ਼ਨਾਂ ਦੀ ਪ੍ਰਾਪਤੀ ਹੋ ਜਾਵੇਗੀ। ਸੋ ਸੰਗਤਾਂ ਨੇ ਕਿਹਾ ਕਿ ਬਾਬਾ ਜੀ ਆਪ ਜੰਗਲਾਂ ਦੇ ਵਿੱਚ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਕਰਦੇ ਹੋ ਤੇ ਜਦੋਂ ਅਸੀਂ ਆਪ ਜੀ ਦੇ ਦਰਸ਼ਨ ਕਰਦੇ ਹਾਂ ਸੱਚ ਜਾਣੋ ਆਪ ਜੀ ਦੇ ਦਰਸ਼ਨਾਂ ਦੇ ਵਿੱਚੋਂ ਸਾਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਹੁੰਦੀ ਹੈ। ਇੱਥੋਂ ਤੱਕ ਆਪ ਜੀ ਨੇ ਇਹ ਇਤਿਹਾਸ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ।
ਆਓ ਸਾਧ ਸੰਗਤ ਜੀ ਅਗਲਾ ਜੋ ਇਤਿਹਾਸ ਹੈ ਉਹਨੂੰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੁਮ ਹੋ ਧੰਨ ਸਦਾ ਜੁਗਲੋਕ। ਇਸ ਤਰ੍ਹਾਂ ਪਿਆਰਿਓ ਜਿਹੜੀਆਂ ਸੰਗਤਾਂ ਜਿਹੜੀਆਂ ਹਨ ਜਿਨ੍ਹਾਂ ਨੇ ਬਾਬਾ ਰਾਮ ਕੁਵਰ ਜੀ ਦੇ ਪਾਸੋਂ ਇਹ ਸਾਰਾ ਇਤਿਹਾਸ ਸਰਵਣ ਕਰਨਾ ਕੀਤਾ, ਉਹ ਸੰਗਤਾਂ ਉਹ ਗੁਰੂ ਕੇ ਸਿੰਘ ਬਾਬਾ ਰਾਮ ਕੁਵਰ ਜੀ ਨੂੰ ਕਹਿੰਦੇ ਹਨ ਕਿ ਬਾਬਾ ਜੀ ਆਪ ਦੋਵਾਂ ਲੋਕਾਂ ਦੇ ਵਿੱਚ ਆਪ ਜੀ ਧੰਨ ਹੋ। ਸੰਸਾਰ ਦੇ ਵਿੱਚ ਵੀ ਆਪ ਜੀ ਨੂੰ ਧਨਤਾ ਦੀ ਪ੍ਰਾਪਤੀ ਹੋ ਰਹੀ ਹੈ ਤੇ ਦਰਗਾਹ ਦੇ ਵਿੱਚ ਵੀ ਆਪ ਜੀ ਧਨਤਾ ਦੇ ਯੋਗ ਹੋ। ਹਮ ਵੀ ਧਨ ਜੇ ਦਰਸ ਬਿਲੋਕ। ਨਾਲ ਦੇਖੋ ਬੜਾ ਪਿਆਰਾ ਬਚਨ ਕੀਤਾ ਬਾਬਾ ਜੀ। ਜਦੋਂ ਅਸੀਂ ਆਪ ਜੀ ਦੇ ਦਰਸ਼ਨ ਕਰਦੇ ਆ ਜਾਂ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਕੀਤੇ, ਕਿਉਂਕਿ ਮਹਾਰਾਜ ਜੀ ਨੇ ਕਿਹਾ ਨਾ ਕਿ ਭਾਈ ਜਿਹਨੇ ਸਾਡੇ ਦਰਸ਼ਨ ਕਰਨੇ ਹਨ ਉਹ ਗੁਰੂ ਕਾ ਖਾਲਸਾ ਜਿਹੜਾ ਤਿਆਰ ਪ੍ਰਤਿਆਰ ਜਿਹੜਾ ਬਾਣੀ ਤੇ ਬਾਣੇ ਦਾ ਜਿਹੜਾ ਧਾਰਨੀ ਜਿਹੜਾ ਗੁਰੂ ਕਾ ਸਿੰਘ ਜਿਹੜਾ ਹੈ ਉਹਦੇ ਦਰਸ਼ਨ ਕਰਨਾ ਕਰੋ। ਦੀਦਾਰ ਖਾਲਸੇ ਕਾ, ਉਹਦੇ ਦਰਸ਼ਨਾਂ ਦੇ ਵਿੱਚੋਂ ਆਪ ਜੀ ਨੂੰ ਸਾਡੇ ਦਰਸ਼ਨਾਂ ਦੀ ਪ੍ਰਾਪਤੀ ਹੋ ਜਾਵੇਗੀ। ਤੇ ਸਿੰਘਾਂ ਨੇ ਕਿਹਾ ਬਾਬਾ ਜੀ ਜਦੋਂ ਅਸੀਂ ਆਪ ਜੀ ਦੇ ਦਰਸ਼ਨ ਕਰਦੇ ਹਾਂ ਸੱਚ ਜਾਣੋ ਬਾਬਾ ਜੀ ਅਸੀਂ ਵੀ ਧੰਨ ਧੰਨ ਹੋ ਜਾਂਦੇ। ਇਹ ਰਾਵਰ ਕੋ ਬੜ ਉਪਕਾਰਾ। ਇਹ ਆਪ ਜੀ ਦਾ ਬਾਬਾ ਜੀ ਬਹੁਤ ਵੱਡਾ ਜਿਹੜਾ ਹੈ ਖਾਲਸੇ ਪੰਥ ਦੇ ਉੱਤੇ ਉਪਕਾਰ ਹੈ। ਕਥਾ ਸੁਨਾਈ ਕਰ ਵਿਸਤਾਰਾ। ਆਪ ਜੀ ਨੇ ਐਨ ਪੂਰਾ ਵਿਸਥਾਰ ਦੇ ਨਾਲ ਇਹ ਸਤਿਗੁਰੂ ਮਹਾਰਾਜ ਜੀ ਦੀ ਜੋ ਕਥਾ ਜਿਹੜੀ ਹੈ ਪੂਰਾ ਵਿਸਥਾਰ ਦੇ ਨਾਲ ਇੱਕ ਇੱਕ ਗੱਲ ਜਿਹੜੀ ਹੈ ਨੋਟ ਕਰਵਾ ਕਰਕੇ ਆਪ ਜੀ ਇਹ ਕਥਾ ਸਾਨੂੰ ਸਰਵਣ ਕਰਾ ਰਹੇ ਹੋ। ਅਬ ਅਗਲ ਇਤਿਹਾਸ ਬਖਾਨੋ। ਹੁਣ ਅਗਲਾ ਇਤਿਹਾਸ ਜਿਹੜਾ ਹੈ ਉਹ ਆਪ ਜੀ ਉਚਾਰਨ ਕਰਨਾ ਕਰੋ, ਦੱਸਣਾ ਕਰੋ। ਹਰ ਗੋਬਿੰਦ ਜਿਮ ਉਤਸਵ ਠਾਨੋ। ਜਿਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਮਾਤ ਲੋਕ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਉਤਸਵ ਕਰਨੇ ਕੀਤੇ। ਸ਼੍ਰੀ ਅਰਜਨ ਜਿਮ ਕੀਨ ਚਲਾਨੋ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਤਰ੍ਹਾਂ ਚਲਾਣਾ ਕਰਨਾ ਕੀਤਾ ਭਾਵ ਕੇ ਪ੍ਰਭੁਰ ਪਿਆਨਾ ਕੀਤਾ ਹੈ ਉਹ ਵੀ ਇਤਿਹਾਸ ਆਪ ਜੀ ਸਾਨੂੰ ਸਰਵਣ ਕਰਾਇਓ। ਕਰ ਚੰਦੂ ਕੋ ਚਲਨ ਬਹਾਨੋ। ਨਾਲ ਜਿਹੜਾ ਚੰਦੂ ਦਾ ਜਿਹੜਾ ਬਹਾਨਾ ਜਿਹੜਾ ਬਣਿਆ ਸੀ ਨਾ ਜੋ ਗੁਰੂ ਘਰ ਦੇ ਨਾਲ ਉਹਨੇ ਮੱਥਾ ਲਾਇਆ ਉਹ ਵੀ ਇਤਿਹਾਸ ਆਪ ਜੀ ਸਰਵਣ ਕਰਾਇਓ। ਸਕਲ ਕਥਾ ਵਿਸਤਾਰ ਸੁਨਾਵੋ। ਇਹ ਸਾਰੀ ਕਥਾ ਜਿਹੜੀ ਹੈ ਇਹਦਾ ਪੂਰਾ ਵਿਸਥਾਰ ਕਰਕੇ ਆਪ ਸਾਨੂੰ ਸਰਵਣ ਕਰਾਇਓ। ਹਮਹਿ ਨਿਹਾਲ ਕਰੋ ਹਰ ਖਾਵੋ। ਕਿਰਪਾ ਕਰੋ ਬਾਬਾ ਜੀ ਇਤਿਹਾਸ ਦੀ ਕਥਾ ਸਤਿਗੁਰੂ ਮਹਾਰਾਜ ਜੀ ਦੀ ਕਥਾ ਸਰਵਣ ਕਰਾ ਕਰਕੇ ਸਾਨੂੰ ਨਿਹਾਲ 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 ਕਰਨਾ ਕਰੋ। ਇਮ ਸਿੰਘਨ ਕੀ ਸੁਨ ਕਰ ਬਿਨੈ। ਇਸ ਤਰ੍ਹਾਂ ਗੁਰੂ ਕੀਆਂ ਸੰਗਤਾਂ ਨੇ ਗੁਰੂ ਕੇ ਖਾਲਸੇ ਨੇ ਜਦੋਂ ਭਾਈ ਰਾਮ ਕੁਵਰ ਜੀ ਨੂੰ ਹੱਥ ਜੋੜ ਕਰਕੇ ਆ ਬਿਨੈ ਆ ਜਦੋਂ ਬੇਨਤੀ ਕੀਤੀ। ਰਾਮ ਕੁਵਰ ਗਨ ਆਨੰਦ ਸਨੈ। ਬਾਬਾ ਰਾਮ ਕੁਵਰ ਜੀ ਫਿਰ ਆਨੰਦ ਸਨੈ ਭਾਵ ਕੇ ਆਨੰਦ ਦੇ ਸੰਯੁਕਤ ਹੋ ਕਰਕੇ ਸਰੋਤਨ ਕੋ ਬਹੁ ਭਾਂਤ ਸਰਹਾਇਓ। ਉਹਨਾਂ ਨੇ ਜਿਹੜੇ ਸਰੋਤੇ ਜਿਹੜੇ ਹਨ ਕਥਾ ਨੂੰ ਸਰਵਣ ਕਰਨ ਵਾਲੇ ਉਹਨਾਂ ਦੀ ਬੜੀ ਉਹਨਾਂ ਨੇ ਸਲਾਉਤਾ ਕਰਨੀ ਕੀਤੀ। ਜਿਨ ਬਹੁ ਸਿੱਖੀ ਧਰਮ ਨਿਭਾਇਓ। ਜਿਨ੍ਹਾਂ ਨੇ ਪਿਆਰਿਆ ਸਿੱਖੀ ਦਾ ਧਰਮ ਜਿਹੜਾ ਹੈ ਸਰੋਤਿਆਂ ਨੇ ਨਿਭਾਉਣਾ ਕੀਤਾ। ਜਨਮ ਸਫਲ ਆਪਣੋ ਕਰ ਲੀਨਸ। ਬਾਬਾ ਰਾਮ ਕੁਵਰ ਜੀ ਕਹਿੰਦੇ ਹਨ ਕਿ ਗੁਰੂ ਕੀਆਂ ਸੰਗਤਾਂ ਜਿਹੜੀਆਂ ਜੋ ਇਤਿਹਾਸ ਦੀ ਇਹ ਸਾਰੀ ਕਥਾ ਬਾਬਾ ਜੀ ਦੇ ਪਾਸੋਂ ਸਰਵਣ ਕਰਦੇ ਸੀ ਉਹਨਾਂ ਸਿੰਘਾਂ ਦੇ ਤਾਈਂ ਕਿਹਾ ਕਿ ਧੰਨ ਹੋ ਪਿਆਰਿਓ ਤੁਸੀਂ ਗੁਰੂ ਕੀ ਫੌਜ ਗੁਰੂ ਕੇ ਸਿੰਘੋ
ਆਪ ਜੀ ਨੇ ਆਪਣਾ ਜਨਮ ਜਿਹੜਾ ਧਨਤਾ ਦੇ ਯੋਗ ਬਣਾ ਲਿਆ ਹੈ। ਕਥਾ ਸੁਨਨ ਪਰ ਚਿਤ ਹਿਤ ਦੀਨਸ। ਤੁਸਾਂ ਨੇ ਇਹ ਸਤਿਗੁਰੂ ਮਹਾਰਾਜ ਜੀ ਦੀ ਕਥਾ ਸਰਵਣ ਕਰਨ ਦੇ ਵਾਸਤੇ ਚਿਤ ਹਿਤ ਦੀਨਸ, ਭਾਵ ਕਿ ਤੁਸਾਂ ਨੇ ਆਪਣੇ ਚਿੱਤ ਦਾ ਹਿੱਤ ਲਾਉਣਾ ਕੀਤਾ। ਇਹ ਇੱਕ ਗੱਲ ਹੁੰਦੀ ਹੈ ਪਿਆਰਿਓ, ਬੰਦਾ ਜਿਹੜਾ ਬੱਧਾ ਚੱਟੀ ਭਰਦਾ, ਭਾਵ ਕਿ ਜ਼ਬਰਦਸਤੀ ਆਪਾਂ ਚਲੋ ਜੀ ਕੀ ਕਰਦੇ ਆ, ਕੋਈ ਕੰਮ ਨਹੀਂ ਹੈ ਜੀ, ਚਲੋ ਜੀ ਸੁਣ ਲਿਆ, ਅੱਜ ਸੁਣ ਲਿਆ, ਕੱਲ ਰਹਿਣ ਦਿੱਤਾ, ਇਹੋ ਜੀ ਗੱਲ ਨਹੀਂ ਹੁੰਦੀ ਹੈ। ਅਸਲ ਦੇ ਵਿੱਚ ਜਿਹੜੇ ਨੇਮੀ ਪ੍ਰੇਮੀ ਹੁੰਦੇ ਹਨ, ਜਿਨ੍ਹਾਂ ਨੇ ਚਿੱਤ ਲਾ ਕਰਕੇ ਸਰਵਣ ਕੀਤਾ, ਸੱਚ ਜਾਣੋ ਪਿਆਰਿਓ, ਉਹਨਾਂ ਦੇ ਮਨ ਦੇ ਵਿੱਚ ਇੱਕ ਪਿਆਸ ਹੁੰਦੀ ਹੈ, ਇੱਕ ਉਹਨਾਂ ਦੇ ਮਨ ਦੇ ਵਿੱਚ ਤਾਂਘ ਪੈਦਾ ਹੁੰਦੀ ਹੈ। ਤੇ ਜਦੋਂ ਇਹੋ ਜਿਹੇ ਸਰੋਤੇ ਜਦੋਂ ਪ੍ਰਾਪਤ ਹੋਣ, ਨਾ ਵਧੀਆ ਵਕਤਾ ਹੋਵੇ ਤੇ ਇਹੋ ਜਿਹੇ ਸਰੋਤੇ ਹੋਣ ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਡਾਢਾ ਰਸ ਹੋਵੇ ਕਥਾ ਦਾ, ਸੱਚ ਜਾਣੋ ਜਦੋਂ ਪਿਆਰਿਓ ਉਹ ਬੈਠ ਕਰਕੇ ਸਰਵਣ ਕਰਦੇ ਤਾਂ ਉਹਨਾਂ ਦੀ ਜਿਹੜੀ ਹੈ ਕਿਰਪਾ ਜਿਹੜੀ ਹੈ ਉਹ ਵਕਤੇ ਦੇ ਉੱਤੇ ਹੋ ਜਾਂਦੀ ਹੈ। ਵਕਤਾ ਜਿਹੜਾ ਔਰ ਆਨੰਦਿਤ ਹੋ ਕਰਕੇ ਔਰ ਉਤਸ਼ਾਹਿਤ ਹੋ ਕਰਕੇ ਉਹਨੂੰ ਵੀ ਫਿਰ ਪਿਆਰਿਓ ਕਥਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਫਿਰ ਰਸ ਆਉਂਦਾ। ਹਾਂ, ਕੋਈ ਵਕਤਾ ਜਿਹੜਾ ਵਿਚਾਰਾ ਕਥਾ ਕਰੀ ਜਾਵੇ, ਬੋਲੀ ਜਾਵੇ, ਤੇ ਸੁਣਨ ਵਾਲੇ ਜਿਹੜੇ ਹਨ ਸਾਹਮਣੇ ਬੈਠ ਕਰਕੇ ਫਿਰ ਗੱਲਾਂ ਬਾਤਾਂ ਕਰੀ ਜਾਣ, ਮਨ ਦੇ ਵਿੱਚ ਕੋਈ ਚਾਹ ਨਾ ਹੋਵੇ, ਕੋਈ ਰਸ ਨਾ ਹੋਵੇ, ਤਾਂ ਫਿਰ ਪਿਆਰਿਓ ਉਹ ਵਕਤਾ ਵੀ ਜਿਹੜਾ ਉਹ ਵੀ ਅੱਕ ਜਾਂਦਾ। ਉਹ ਵੀ ਕਹਿੰਦਾ ਕਿ ਚਲੋ ਜੀ ਆਪਾਂ ਆਪਣਾ ਟਾਈਮ ਜਿਹੜਾ ਲੰਘਾਣਾ ਲੰਘਾ ਕਰਕੇ ਨਿਕਲ ਜਾਓ ਕਰਕੇ। ਜਦੋਂ ਪਿਆਰਿਓ ਐਨ ਪੂਰੇ ਸਰੋਤੇ ਜਿਹੜੇ ਹਨ, ਭਾਵੇਂ ਕੀਰਤਨ ਲੈ ਲਿਓ, ਭਾਵੇਂ ਕਥਾ ਲੈ ਲਿਓ, ਭਾਵੇਂ ਗੁਰਬਾਣੀ ਦਾ ਪਾਠ ਲੈ ਲਿਓ, ਜਦੋਂ ਪਿਆਰਿਓ ਸਰੋਤੇ ਐਨ ਲੱਕ ਸਿੱਧਾ ਕਰਕੇ ਚਿੱਤ ਬਿਰਤੀ ਦੇ ਕਰਕੇ ਜਦੋਂ ਉਤਸ਼ਾਹਿਤ ਹੋ ਕਰਕੇ ਸਰਵਣ ਕਰਦੇ, ਸੱਚ ਜਾਣੋ ਉਸ ਵੇਲੇ ਵਕਤਾ ਵੀ ਜਿਹੜਾ ਹੈ ਉਹ ਐਨ ਉਹਦਾ ਵੀ ਲੱਕ ਸਿੱਧਾ ਹੋ ਜਾਂਦਾ। ਉਹਦੇ ਉੱਤੇ ਵੀ ਕਿਰਪਾ ਜਿਹੜੀ ਹੈ ਵਰਤ ਜਾਂਦੀ ਹੈ। ਉਹ ਫਿਰ ਵਧੀਆ ਚਾਹ ਦੇ ਨਾਲ ਕਥਾ ਕਰਦਾ। ਤੇ ਭਾਈ ਰਾਮ ਕੁਵੇਰ ਜੀ ਕਹਿਣ ਲੱਗੇ ਕਿ ਤੁਹਾਡਾ ਪਿਆਰਿਓ ਆ ਚਾਹ ਜਿਹੜਾ ਹੈ, ਤੁਸੀਂ ਇੰਨਾ ਜੋ ਪ੍ਰੇਮ ਦੇ ਨਾਲ ਕਥਾ ਸਰਵਣ ਕਰਦੇ, ਬਸ ਇਹਦੇ ਨਾਲ ਹੀ ਮੇਰੇ ਮਨ ਦੇ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ ਪੈਦਾ ਹੁੰਦਾ ਕਿ ਦੇਖੋ ਜੀ ਸੰਗਤਾਂ ਆ ਰਹੀਆਂ ਕਥਾ ਸਰਵਣ ਕਰਨ ਵਾਸਤੇ, ਕਿੰਨਾ ਚਿੱਤ ਦੇ ਕਰਕੇ ਕਥਾ ਸਰਵਣ ਕਰਦੇ, ਤੇ ਫਿਰ ਤੁਹਾਨੂੰ ਵੇਖ ਕਰਕੇ ਮੇਰੇ ਮਨ ਵਿੱਚ ਵੀ ਚਾਅ ਪੈਦਾ ਹੁੰਦਾ ਕਿ ਮੈਂ ਵੀ ਇਹਨਾਂ ਨੂੰ ਵਧੀਆ ਕਥਾ ਜਿਹੜੀ ਹੈ ਉਹ ਸਰਵਣ ਕਰਾਵਾਂ। ਤੁਮਰੇ ਉਰ ਕੋ ਨਿਸ਼ਾਹਿਰੇ। ਬਾਬਾ ਰਾਮ ਕੁਵੇਰ ਜੀ ਕਹਿਣ ਲੱਗੇ ਕਿ ਸੰਗਤ ਜੀ ਤੁਹਾਡੇ ਮਨ ਦਾ ਜਿਹੜਾ ਨਿਸ਼ਚਾ ਜਿਹੜਾ ਹੈ, ਪੱਕਾ ਵਿਸ਼ਵਾਸ ਵੇਖ ਕਰਕੇ ਅਧਿਕ ਆਨੰਦ ਉਮਗਤੋ ਮੇਰੇ ਮਨ ਦੇ ਵਿੱਚ ਵੀ ਬਹੁਤ ਜ਼ਿਆਦਾ ਆਨੰਦ ਜਿਹੜਾ ਹੈ ਉਮਕਦਾ ਹੈ। ਮਨ ਮੇਰਾ ਵੀ ਬਹੁਤ ਜ਼ਿਆਦਾ ਗਦਗਦ ਹੋ ਜਾਂਦਾ। ਮੈਨੂੰ ਵੀ ਜਦੋਂ ਲੱਗਦਾ ਕਿ ਦੇਖੋ ਸੰਗਤਾਂ ਵਹੀਰਾਂ ਘੱਤ ਘੱਤ ਕਰਕੇ ਆ ਰਹੀਆਂ, ਕਿਸ ਤਰ੍ਹਾਂ ਬੈਠ ਕਰਕੇ ਇਹ ਇਕਾਗਰ ਚਿੱਤ ਹੋ ਕਰਕੇ ਸਰਵਣ ਕਰਦੇ, ਤਾਂ ਮੇਰਾ ਵੀ ਚਿੱਤ ਕਰਦਾ ਕਿ ਮੈਂ ਵੀ ਇਹਨਾਂ ਨੂੰ ਵਧੀਆ ਕਥਾ ਜਿਹੜੀ ਹੈ ਮੈਂ ਸਰਵਣ ਕਰਾਵਾਂ। ਸੱਚ ਜਾਣੋ ਪਿਆਰਿਓ, ਜਦੋਂ ਆਪਾਂ ਚਿੱਤ ਦੇ ਕਰਕੇ ਕਥਾ ਸਰਵਣ ਕਰਦੇ ਹਾਂ, ਬੋਲਣ ਵਾਲਾ ਬੁਲਾਰਾ ਵੀ ਪਿਆਰਿਓ ਐਨ ਵਧੀਆ ਚਿੱਤ ਲਾ ਕਰਕੇ ਜਦੋਂ ਗੁਰਬਾਣੀ ਦੀ ਜਾਂ ਇਤਿਹਾਸ ਦੀ ਵਿਆਖਿਆ ਕਰਦਾ ਜਾਂ ਕੀਰਤਨ ਕਰਦਾ, ਤੇ ਉਸ ਵੇਲੇ ਸਮਾਂ ਦੀ ਸੀਮਾ ਜਿਹੜੀ ਹੈ ਸਮਾਪਤ ਹੋ ਜਾਂਦੀ ਹੈ। ਕਈ ਵਾਰੀ ਫਿਰ ਕੀ ਹੁੰਦਾ, ਕਈ ਜਿਹੜੇ ਗੁਰਮੁਖ ਜਨ ਜਿਹੜੇ ਸਰੋਤੇ ਜਾਂ ਭਗਤੇ ਜਿਹੜੇ ਪਤਾ ਹੀ ਨਹੀਂ ਲੱਗਦਾ ਪਿਆਰਿਓ ਕਿੱਥੇ ਘੰਟਾ ਲੰਘ ਗਿਆ, ਕਿੱਥੇ ਸਵਾ ਘੰਟਾ ਲੰਘ ਗਿਆ। ਇੰਜ ਲੱਗਦਾ ਯਾਰੋ ਹੁਣੇ ਤਾਂ ਕਥਾ ਆਰੰਭ ਹੋਈ ਸੀ, ਹੁਣੇ ਤਾਂ ਕਥਾ ਸ਼ੁਰੂ ਹੋਈ ਸੀ, ਤੇ ਦੇਖੋ ਜੀ ਹੁਣ ਸਮਾਪਤ ਵੀ ਹੋ ਗਈ ਹੈ। ਇਹ ਪਿਆਰਿਓ ਮਨ ਦੇ ਵਿੱਚ ਜਦੋਂ ਚਾਹ ਪੈਦਾ ਹੋਵੇ, ਮਨ ਦੇ ਵਿੱਚ ਰਸ ਹੋਵੇ ਨਾ, ਇਹ ਰਸ ਦੀ ਗੱਲਾਂ ਉਹ ਬਾਤਾਂ ਹਨ। ਲੇਕਿਨ ਜਿਨ੍ਹਾਂ ਨੂੰ ਰਸ ਹੀ ਨਹੀਂ ਆਇਆ ਨਾ, ਉਹ ਫਿਰ ਸਾਹਮਣੇ ਹੀ ਪਿਆਰਿਓ ਨਾਲ ਹੀ ਬੈਠ ਕਰਕੇ ਉਹਨੇ ਫਿਰ ਐ ਖੁਰਕੀ ਜਾਣਾ, ਚਾਰ ਪਾਸੇ ਉਹਨੇ ਜਿਹੜੇ ਵੱਟਦੇ ਜਾਣੇ ਹਨ, ਪੈਰਾਂ ਨੂੰ ਬਦਲਦੇ ਰਹਿਣਾ ਤੇ ਇੱਥੇ ਉੱਥੇ ਵੇਖਣਾ। ਨਹੀਂ ਤਾਂ ਅੱਜ ਤਾਂ ਪਿਆਰਿਓ ਮੋਬਾਈਲ ਦਾ ਜ਼ਮਾਨਾ ਆ ਗਿਆ, ਨਹੀਂ ਤਾਂ ਨਾਲ ਹੀ ਬੈਠ ਕਰਕੇ ਤੇ ਫਿਰ ਮੋਬਾਈਲ ਕੱਢ ਕਰਕੇ ਆਪਣਾ ਕੰਮ ਕਰੀ ਜਾਣਾ ਤੇ ਕਹਿਣਾ ਜੀ ਮੈਂ ਕਥਾ ਵੀ ਸਰਵਣ ਕਰ ਰਿਹਾ ਹਾਂ, ਤੇ ਲੇਕਿਨ ਫਿਰ ਕੰਮ ਦੂਜੇ ਪਾਸੇ, ਫਿਰ ਚਿੱਤ ਦੂਜੇ ਪਾਸੇ ਲਾਣਾ। ਇਹ ਫਿਰ ਪਿਆਰਿਓ ਗੱਲ ਬਣਦੀ ਹੈ। ਜਦੋਂ ਆਪਾਂ ਚਿੱਤ ਲਾ ਕਰਕੇ ਕਥਾ ਸਰਵਣ ਕਰਦੇ ਆਂ, ਸੱਚ ਜਾਣੋ ਪਿਆਰਿਓ ਸਮੇਂ ਦੀ ਸੀਮਾ ਵੀ ਉੱਥੇ ਸਮਾਪਤ ਹੋ ਜਾਂਦੀ ਹੈ।
ਪਤਾ ਹੀ ਨਹੀਂ ਲੱਗਦਾ ਕਿ ਭਾਈ ਇਹ ਸਮਾਂ ਜਿਹੜਾ ਕਿਸ ਤਰ੍ਹਾਂ ਕਦੋਂ ਲੰਘ ਗਿਆ। ਰੁਚ ਅਨੁਸਾਰ ਕਹੋ ਇਤਿਹਾਸਾ। ਇਸ ਕਰਕੇ ਕਹਿੰਦੇ ਕਿ ਤੁਸੀਂ ਸੁਣਦੇ ਨਾ, ਤੁਹਾਨੂੰ ਵੇਖ ਕਰਕੇ ਤੇ ਨਾ ਦੇਖ ਮਨ ਚਾਅ ਉੱਠਣ ਦਾ। ਤੁਹਾਨੂੰ ਵੇਖ ਕਰਕੇ ਮੇਰੇ ਮਨ ਦੇ ਵਿੱਚ ਵੀ ਬੜਾ ਚਾਅ ਪੈਦਾ ਹੁੰਦਾ ਹੈ। ਮੈਂ ਵੀ ਬਹੁਤ ਰੁਚੀ ਦੇ ਨਾਲ ਫਿਰ ਇਹ ਕਥਾ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ। ਸਰਬ ਖਾਲਸਾ ਸ਼ੁਭ ਸਭ ਪਾਸਾ। ਸਾਰਾ ਖਾਲਸਾ ਜਿਹੜਾ ਹੈ, ਤੁਸੀਂ ਸੰਗਤ ਜਿਹੜੀ ਬੈਠੀ ਹੋਈ ਹੋ, ਤੁਹਾਡੇ ਅੱਗੇ ਮੈਂ ਇਹ ਕਥਾ ਉਚਾਰਨ ਕਰਦਾ ਹਾਂ। ਸ੍ਰੀ ਅਰਜਨ ਕੋ ਸੁਨਹੁ ਚਲਾਨਾ। ਹੁਣ ਭਾਈ ਜੀ ਕਹਿਣ ਲੱਗੇ, ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਸ ਤਰ੍ਹਾਂ ਚਲਾਣਾ ਕਰਨਾ ਕੀਤਾ। ਕਈ ਵਾਰੀ ਪਿਆਰਿਓ, ਕਈ ਜਿਹੜੇ ਲੋਕ ਹੁੰਦੇ ਜਿਨ੍ਹਾਂ ਨੂੰ ਸ਼ਬਦਾਂ ਦਾ ਗਿਆਨ ਨਹੀਂ ਹੁੰਦਾ, ਉਹ ਨਿੱਕੇ ਨਿੱਕੇ ਸ਼ਬਦਾਂ ਨੂੰ ਲੈ ਕਰਕੇ ਬਹੁਤ ਜ਼ਿਆਦੀ ਬਹਿਸਮਬਾਜ਼ੀ ਕਰਦੇ। ਉਹ ਕਹਿੰਦੇ ਜੀ ਇੱਥੇ ਚਲਾਣਾ ਸ਼ਬਦ ਆ ਗਿਆ, ਦੱਸੋ ਜੀ ਮਹਾਰਾਜ ਥੋੜੀ ਚਲਾਣਾ ਕਰ ਸਕਦੇ ਜੀ, ਇਹ ਉਹ ਕਰਕੇ। ਨਹੀਂ ਪਿਆਰਿਓ, ਇਹ ਤਾਂ ਸਿਰਫ ਸ਼ਬਦਾਂ ਦਾ ਭੇਦ ਹੈ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਜਦੋਂ ਆਪਾਂ ਪੜ੍ਹਦੇ ਹਾਂ, ਸਤਿਗੁਰੂ ਮਹਾਰਾਜ ਜੀ ਨੇ ਮੌਤ ਦੇ ਵਾਸਤੇ ਤੇ ਉਹਨਾਂ ਨੇ ਮਰਨਾ ਹੀ ਸ਼ਬਦ ਜਿਹੜਾ ਹੈ ਵਰਤਨਾ ਕੀਤਾ। ਕਿਆ ਜਾਣਾ ਕਿਉਂ ਮਰਹਿੰਗੇ ਕੈਸਾ ਮਰਨਾ ਹੋਏ, ਮਰਨੇ ਤੇ ਸਭ ਜਗ ਡਰੇ ਜੀਵਿਆ ਲੋੜੈ ਸਭ ਕੋਏ। ਸਤਿਗੁਰੂ ਮਹਾਰਾਜ ਜੀ ਨੇ ਇਹੀ ਸ਼ਬਦ ਵਰਤਨਾ ਕੀਤਾ। ਹੁਣ ਇੱਥੇ ਕਵੀ ਰਾਜ ਜੀ ਵੀ ਸ਼ਬਦ ਵਰਤਦੇ ਕਿ ਮਹਾਰਾਜ ਜੀ ਨੇ ਕਿਸ ਤਰ੍ਹਾਂ ਚਲਾਣਾ ਕੀਤਾ। ਇਹ ਪਿਆਰਿਓ, ਫਿਰ ਚਲਾਣਾ ਸ਼ਬਦ ਕੋਈ ਮਾੜਾ ਥੋੜੀ ਹੈ। ਚਲਾਣੇ ਦਾ ਮਤਲਬ ਹੁੰਦਾ ਕਿ ਭਈ ਚੱਲ ਜਾਣਾ, ਸੰਸਾਰ ਦੀ ਯਾਤਰਾ ਪੂਰੀ ਕਰਕੇ ਫਿਰ ਪ੍ਰਭਪੁਰੀ ਨੂੰ ਚੱਲ ਜਾਣਾ, ਉਹਨੂੰ ਚਲਾਣਾ ਕਹਿੰਦੇ ਹਨ। ਤੇ ਹੁਣ ਮਹਾਰਾਜ ਜੀ ਨੇ ਕਿਸ ਤਰ੍ਹਾਂ ਚਲਾਣਾ ਕੀਤਾ ਉਹ ਦੱਸਦੇ। ਧੰਨ ਸ੍ਰੀ ਹਰਗੋਬਿੰਦ ਅਖਿਆਨਾ। ਉਹ ਤੋਂ ਬਾਅਦ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਸੰਗ ਹੈ, ਪੂਰਵ ਵਿਆਹ ਹੋਣ ਕੀ ਕਥਾ। ਸਭ ਤੋਂ ਪਹਿਲੇ ਮਹਾਰਾਜ ਜੀ ਦਾ ਵਿਆਹ ਜਿਹੜਾ ਹੋਇਆ ਨਾ, ਜਿਸ ਕਰਕੇ ਸਾਰਾ ਕਲੇਸ਼ ਪਿਆ, ਇਹ ਝਗੜੇ ਪਏ, ਉਹ ਕਥਾ ਜਿਹੜੀ ਹੈ ਵਰਣਨ ਕਰੋ ਭਈ ਵਿਦ ਜਥਾ। ਉਹ ਮੈਂ ਸਭ ਤੋਂ ਪਹਿਲੇ ਵਰਣਨ ਕਰਨਾ ਹੈ ਜਿਸ ਤਰ੍ਹਾਂ ਉਹ ਕਥਾ ਉਹ ਭਾਣਾ ਵਰਤਿਆ। ਤੁਰਕੇ ਸ਼ਰਕੇ ਸੰਗ ਮਿਲਾਪਨ। ਸਤਿਗੁਰੂ ਮਹਾਰਾਜ ਫਿਰ ਉਹਨਾਂ ਦਾ ਜਿਹੜਾ ਜਹਾਂਗੀਰ ਬਾਦਸ਼ਾਹ ਤੁਰਕੇਸ਼ਰ, ਉਹਦੇ ਨਾਲ ਕਿਸ ਤਰ੍ਹਾਂ ਮਿਲਾਪ ਹੁੰਦਾ। ਚੰਦੂ ਪਾਪੀ ਕੋ ਪੁਨ ਖਾਪਨ। ਫਿਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹ ਚੰਦੂ ਪਾਪੀ ਦਾ ਦੁਸ਼ਟ ਦਾ ਕਿਸ ਤਰ੍ਹਾਂ ਨਾਸ਼ ਕਰਦੇ ਹਨ। ਦਿੱਲੀ ਪਤ ਕੇ ਰਹਿਬੋ ਸੰਗ। ਜਿਹੜਾ ਦਿੱਲੀ ਪਤੀ ਜਿਹੜਾ ਹੈ, ਭਾਵ ਕਿ ਦਿੱਲੀ ਦਾ ਬਾਦਸ਼ਾਹ, ਉਹਦੇ ਨਾਲ ਰਹਿੰਦਾ ਸੀ। ਬਿਗੜ ਪਰੇ ਤਬ ਝੂਟੇ ਜੰਗ। ਜਿਹੜਾ ਫਿਰ ਬਾਅਦ ਦੇ ਵਿੱਚ ਵਿਗੜ ਗਿਆ ਸਤਿਗੁਰੂ ਮਹਾਰਾਜ ਜੀ ਦੇ ਨਾਲ, ਤੇ ਫਿਰ ਝੂਟੇ ਜੰਗ। ਸਤਿਗੁਰੂ ਮਹਾਰਾਜ ਜੀ ਨੇ ਇਹ ਜ਼ਾਲਮ ਸਰਕਾਰ ਦੇ ਨਾਲ ਜੰਗ ਲੜਨੀ ਕੀਤੀ ਹੈ। ਸੈਨਾ ਤੁਰਕਨ ਕੀ ਗਨ ਖਾਈ। ਇਹ ਗੱਲ ਜਿਹੜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਹੈ, ਇੱਥੇ ਵਰਣਨ ਕਰਦੇ ਭਾਈ ਰਾਮ ਕੁਵੜ ਜੀ ਕਹਿੰਦੇ ਕਿ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੁਸ਼ਟਾਂ ਦੀ ਸੈਨਾ ਦਾ ਜਿਸ ਤਰ੍ਹਾਂ ਖਾਪਨਾ ਕੀਤਾ, ਉਹਨਾਂ ਦਾ ਸੰਘਾਰ ਕੀਤਾ। ਬਚੇ ਸੂਰ ਸੇ ਗਏ ਪਲਾਈ। ਕਈ ਜਿਹੜੇ ਸੂਰਮੇ ਜਿਨ੍ਹਾਂ ਦੀ ਜਾਨ ਬਚ ਗਈ, ਉਹਨਾਂ ਨੇ ਵੇਖਿਆ ਮਹਾਰਾਜ ਜੀ ਦੇ ਅੱਗੇ ਆਪਾਂ ਬਚ ਨਹੀਂ ਸਕਦੇ ਆ, ਜੇ ਬਚਣਾ ਤੇ ਇੱਥੋਂ ਦੌੜ ਜਾਓ, ਭੱਜ ਜਾਓ। ਦੇਸ਼ ਮਾਲਵੇ ਮਹਿ ਰਗ ਗੁਰ ਗਏ। ਉਹ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਦੇ ਵਾਸਤੇ ਜਿਹੜਾ ਉਹਨਾਂ ਦਾ ਸਾਂਢੂ ਜਿਹੜਾ ਹੋਇਆ ਸਾਈਂ ਦਾਸ, ਉਹਨੇ ਜਦੋਂ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਮਾਲਵੇ ਦਾ ਫਿਰ ਦੌਰਾ ਕੀਤਾ। ਅਨੇਕ ਬਿਲਾਸ ਕਰਤ ਤਹ ਭਏ। ਉੱਥੇ ਮਹਾਰਾਜ ਜੀ ਨੇ ਬਹੁਤ ਸਾਰੇ ਚੋਜ ਬਿਲਾਸ ਕੀਤੇ। ਇਤਿਆਦਿਕ ਸਤਿਗੁਰ ਕੀ ਕਥਾ। ਇਤਿਆਦਿਕ ਆ ਜਿਹੜੀ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਪਾਵਨ ਕਥਾ ਹੈ। ਜਥਾ ਮੈਂ ਵਰਨੋ ਤਥਾ। ਇੱਥੇ ਰਾਮ ਕੁਵੜ ਜੀ ਦੱਸਦੇ ਭਈ ਜਥਾ ਜਿਸ ਤਰ੍ਹਾਂ ਹੋਈ, ਮੈਂ ਉਸ ਤਰ੍ਹਾਂ ਹੀ ਆਪ ਜੀ ਦੇ ਅੱਗੇ ਵਰਣਨ ਕਰਨਾ। ਮਹਾ ਮਹਾਤਮ ਸੁਨਬੇ ਕੇਰਾ। ਇਹ ਕਥਾ ਨੂੰ ਜਿਹੜਾ ਸਰਵਣ ਕਰੇਗਾ ਨਾ, ਉਹਦੇ ਵਾਸਤੇ ਵੀ ਬਹੁਤ ਵੱਡੇ ਮਹਾਤਮ ਦੀ ਉਹਨੂੰ ਪ੍ਰਾਪਤੀ ਹੋਵੇਗੀ। ਸ਼ਰਧਾ ਸਹਿਤ ਨਾ ਹੋਏ ਜਗ ਫੇਰਾ। ਹਾਂ, ਗੱਲ ਜਿਹੜੀ ਹੈ ਸ਼ਰਧਾ ਦੀ ਗੱਲ ਹੈ, ਭਾਵਨਾ ਦੇ ਨਾਲ ਜਿਹੜਾ ਕਥਾ ਸਰਵਣ ਕਰੇਗਾ, ਨਾ ਹੋਏ ਜਗ ਫੇਰਾ, ਉਹਦਾ ਫਿਰ ਸੰਸਾਰ ਦੇ ਵਿੱਚ
ਫੇਰਾ ਨਹੀਂ ਹੋਵੇਗਾ, ਉਹ ਮੁੜ ਕੇ ਦੁਬਾਰਾ ਸੰਸਾਰ ਦੇ ਵਿੱਚ ਨਹੀਂ ਆਵੇਗਾ। ਸਤਿਗੁਰ ਕੋ ਪਦ ਪੰਕਜ ਪ੍ਰੇਮੋ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮ ਉਹਦੇ ਮਨ ਵਿੱਚ ਲੱਗ ਜਾਵੇਗਾ। ਵਧਹਿ ਦੇਤ ਜੋ ਜੋਗ ਸੋ ਛੇਮੋ, ਵਧਹਿ ਦੇਤ ਜੋ ਜੋਗ ਸੋ ਛੇਮੋ। ਜਿਹੜਾ ਪਿਆਰ ਜਿਹੜਾ ਜਦੋਂ ਵੱਧ ਜਾਵੇ ਤੇ ਉਹ ਜੋਗ ਦੀ ਵੀ ਪ੍ਰਾਪਤੀ ਕਰਾਉਂਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮ ਜਿਹੜਾ ਹੈ ਉਹ ਮੁਕਤੀ ਦੀ ਵੀ ਦਾਤ ਦੇ ਦਿੰਦਾ। ਸੁਤ ਬਿਤ ਆਦ ਕਾਮਨਾ ਜੋਈ, ਜਿਹੜੀਆਂ ਸੰਸਾਰੀ ਜਿਹੜੀਆਂ ਹਨ ਭਾਵਨਾ ਹਨ, ਸੁਤ ਭਾਵ ਕੇ ਸੰਤਾਨ ਦੀ ਪ੍ਰਾਪਤੀ, ਬਿਤ ਦਾ ਮਤਲਬ ਮਾਇਆ ਧਨ ਦੀ ਪ੍ਰਾਪਤੀ, ਇਤਿਆਦਿਕ ਜਿਹੜੀ ਕਾਮਨਾ ਹੈ। ਸਰੋਤਨ ਕੋ ਸਭ ਦੇਵਤ ਸੋਈ, ਜਿਹੜਾ ਇਹ ਕਥਾ ਨੂੰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੇਗਾ। ਇੱਥੇ ਗੱਲ ਬਾਰ-ਬਾਰ ਕਹਿੰਦੇ ਭਾਵਨਾ ਦੀ ਗੱਲ ਹੈ, ਸ਼ਰਧਾ ਦੀ ਗੱਲ ਹੈ। ਸ਼ਰਧਾ ਭਾਵਨਾ ਦੇ ਨਾਲ, ਅਕੀਦਤ ਦੇ ਨਾਲ ਤੁਸੀਂ ਸਰਵਣ ਕਰਨਾ ਕਰੋ। ਆਪ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਤੁਹਾਡੇ ਉੱਤੇ ਵਰਤ ਜਾਵੇਗੀ। ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ ਹੋ। ਮਾਨ ਮੰਗਾਓ ਤਾਨ ਮੰਗਾਓ, ਧਨ ਲਖ ਵੀ ਸੁਤ ਦੇ। ਇਹ ਸਾਰੀਆਂ ਵਸਤੂਆਂ ਉਹਨੂੰ ਆਪ ਪ੍ਰਾਪਤ ਹੋ ਜਾਂਦੀਆਂ ਹਨ। ਦੇਹ ਅਰੋਗ ਰੋਗ ਕੋ ਘਾਤਕ, ਉਹਦਾ ਸਰੀਰ ਜਿਹੜਾ ਅਰੋਗਾ ਹੋ ਜਾਵੇਗਾ, ਕੋਈ ਰੋਗ ਨਹੀਂ ਲੱਗੇਗਾ। ਤੇ ਜਿੰਨੇ ਰੋਗ ਜਿਹੜੇ ਹਨ, ਹਰ ਕੇ ਚਰਨ ਕਮਲ ਮਨ ਧਿਆਓ। ਕਾਢ ਕੁਠਾਰ ਪਿਤ ਬਾਦ ਹੰਤਾ, ਔਖਦ ਹਰ ਕੋ ਨਾਓ। ਤੀਨੇ ਤਾਪ ਨਿਵਾਰਣ ਹਾਰਾ, ਦੁਖ ਹੰਤਾ ਸੁਖ ਰਾਸ। ਤਾਂ ਕੋ ਬਿਘਨ ਨਾ ਕੋ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਉਹਨੂੰ ਕੋਈ ਬਿਘਨ ਨਹੀਂ ਲੱਗੇਗਾ ਤੇ ਸਾਰੀਆਂ ਆਦੀਆਂ ਵਿਆਦੀਆਂ ਉਪਾਦੀਆਂ ਉਹਦੀਆਂ ਖਤਮ ਹੋ ਜਾਣਗੀਆਂ। ਅਨੇਕ ਭਾਂਤ ਕੇ ਪਾਤਕ ਹਾਤਕ, ਅਨੇਕਾਨ ਅਨੇਕ ਤਰ੍ਹਾਂ ਦੇ ਜਿਹੜੇ ਬੰਦੇ ਨੇ ਪਾਪ ਕੀਤੇ, ਗੁਨਾਹ ਕੀਤੇ। ਜਿਹੜਾ ਸਰੋਤਾ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਪਿਆਰਿਓ ਨੇਮ ਬਣਾ ਕਰਕੇ ਕਥਾ ਨੂੰ ਸਰਵਣ ਕਰੇਗਾ, ਪਿਆਰਿਓ ਸੱਚ ਜਾਣੋ, ਇਹ ਵੀ ਉਹਦਾ ਸਿਮਰਨ ਬਣ ਜਾਵੇਗਾ, ਇਹ ਵੀ ਉਹਦੀ ਸਾਧਨਾ ਬਣ ਜਾਵੇਗੀ। ਕਿਉਂਕਿ ਜੇ ਆਪਾਂ ਰਹਿਤ ਮਰਿਆਦਾ ਪੜ੍ਹਦੇ ਹਾਂ, ਸਤਿਗੁਰੂ ਮਹਾਰਾਜ ਜੀ ਨੇ ਦਸਵੰਧ ਦੀ ਮਰਿਆਦਾ ਤੋਰੀ ਹੈ। ਆਪਾਂ ਜੋ ਕਮਾਈ ਕਰਦੇ ਹਾਂ ਪਿਆਰਿਓ, ਕਮਾਈ ਦੇ ਵਿੱਚੋਂ ਵੀ ਦਸਵੰਧ ਜਿਹੜਾ ਕੱਢਣਾ ਇਹ ਜ਼ਰੂਰੀ ਹੈ। ਨਾਲ ਜਿਹੜੇ ਸਵਾਸਾਂ ਦੀ ਪੂੰਜੀ ਜਿਹੜੀ ਹੈ ਉਹਦਾ ਵੀ ਆਪਾਂ ਨੇ ਦਸਵੰਧ ਕੱਢਣਾ। ਜੇ 24 ਘੰਟਾ ਆਪਾਂ ਵੇਖਦੇ ਹਾਂ ਤੇ ਫਿਰ ਉਹਦਾ ਦਸਵੰਧ ਬਣਦਾ ਪਿਆਰਿਓ 2.5 ਘੰਟਾ ਉਹਦਾ ਦਸਵੰਧ ਬਣਦਾ। ਤੇ ਇਹ 2.5 ਘੰਟਾ ਜਿਹੜਾ ਹੈ ਆਪਾਂ ਗੁਰੂ ਦੇ ਲੇਖੇ ਲਾਉਣਾ ਹੈ। ਜੇ ਆਪਾਂ ਪਿਆਰਿਓ ਪਾਠ ਕਰਦੇ ਹਾਂ, ਸੱਚ ਜਾਣੋ ਤੁਹਾਡਾ ਜਿਹੜਾ ਸਮਾਂ ਲੇਖੇ ਲੱਗ ਗਿਆ। ਜੇ ਤੁਸੀਂ ਕੀਰਤਨ ਕਰਦੇ ਹੋ ਜਾਂ ਕੀਰਤਨ ਸਰਵਣ ਕਰਦੇ ਹੋ, ਜਿੰਨਾ ਸਮਾਂ ਤੁਸੀਂ ਲਾਇਆ ਉਹ ਸਮਾਂ ਤੁਹਾਡਾ ਸਫਲਾ ਹੋਇਆ। ਕਥਾ ਆਪ ਜੀ ਨੇ 1 ਘੰਟਾ ਚੌਂਕੜਾ ਮਾਰ ਕਰਕੇ ਜਾਂ ਜਿਸ ਤਰ੍ਹਾਂ ਹੋਇਆ ਬੈਠ ਕਰਕੇ ਸਰਵਣ ਕਰਨਾ ਕੀਤਾ, ਉਹ ਸਮਾਂ ਜਿਹੜਾ ਪਿਆਰਿਓ ਦਸਵੰਧ ਦੇ ਵਿੱਚ ਤੁਹਾਡਾ ਗਿਣਿਆ ਜਾਵੇਗਾ। ਵੱਖਰੇ ਬੈਠ ਕਰਕੇ ਸਿਮਰਨ ਕੀਤਾ ਜਾਂ ਸੇਵਾ ਵੀ ਕੀਤੀ ਹੈ, ਪਰੋਪਕਾਰ ਦਾ ਵੀ ਕੰਮ ਕੀਤਾ, ਇਹ ਪਿਆਰਿਓ ਆਪ ਜੀ ਆਪਣਾ ਦਸਵੰਧ ਕੱਢ ਰਹੇ ਹੋ। ਇਹ ਤੁਹਾਡਾ ਸਮਾਂ ਜਿਹੜਾ ਹੈ ਇਹ ਸਫਲਾ ਹੋ ਰਿਹਾ ਹੈ। ਮ੍ਰਿਤਕ ਪਿਛਾਰੀ ਬਰਨ ਜੋਏ, ਜਿਹੜਾ ਕੋਈ ਬੰਦਾ ਚਲਾਣਾ ਕਰ ਜਾਵੇ ਉਹਦੇ ਮਗਰ ਉਹਦੇ ਪਿੱਛੇ ਪਰ ਲੋਕ ਵਿਖੇ ਗਤ ਹੋਏ। ਫਿਰ ਉਹਦੇ ਮਗਰ ਵੀ ਪਿਆਰਿਓ ਜਦੋਂ ਆਪਾਂ ਉਹਦੀ ਯਾਦ ਰੱਖ ਕਰਕੇ ਕਥਾ ਸਰਵਣ ਕਰਦੇ ਆ ਜਾਂ ਗੁਰਬਾਣੀ ਦੀ ਕਥਾ ਕਰਦੇ ਆ ਤੇ ਸੱਚ ਜਾਣੋ ਉਹਦੇ ਨਾਲ ਉਹਦਾ ਵੀ ਉਧਾਰ ਹੁੰਦਾ। ਸੰਕਟ ਸਕਲ ਨਾਸ ਕੋ ਕਰਤਾ, ਸਾਰੇ ਜਿਹੜੇ ਸੰਕਟ ਹਨ ਇਹ ਕਥਾ ਦਾ ਇਹੋ ਜਿਹਾ ਰਸ ਹੈ, ਇਹੋ ਜਿਹਾ ਮਹਾਤਮ ਹੈ ਤੇ ਸਾਰੇ ਸੰਕਟਾਂ ਦੀ ਨਿਵਰਤੀ ਹੋ ਜਾਂਦੀ ਹੈ। ਮਹਾ ਧਰਮ ਕੋ ਉਰਮਹਿ ਧਰਤਾ, ਬਹੁਤ ਵੱਡਾ ਜਿਹੜਾ ਅਸਲੀ ਧਰਮ ਉਹ ਸਾਡੇ ਹਿਰਦੇ ਵਿੱਚ ਆ ਕਰਕੇ ਵਸ ਜਾਂਦਾ। ਸ਼ਰਧਾ ਕਰ ਜੋ ਸੁਨੈ ਸੁਨਾਵੈ, ਫਿਰ ਦੇਖੋ ਆਈ ਗੱਲ ਫਿਰ ਸ਼ਰਧਾ ਦੇ ਉੱਤੇ ਜਿਹੜੀ ਹੈ ਗੱਲ ਜਿਹੜੀ ਹੈ ਇੱਥੇ ਕਵੀ ਰਾਜ ਜੀ ਨੇ ਟੁਕਾ ਦਿੱਤੀ, ਰੋਕ ਦਿੱਤਾ ਕਿ ਇਹ ਨਾ ਹੋਵੇ ਕਿ ਭਾਈ ਬੰਦਾ ਚੱਟੀ ਭਰਦਾ ਹੋਵੇ ਜੀ, ਸੁਣ ਲਿਆ ਕਿ ਚਲੋ ਜੀ ਚਲਦੇ ਚਲਦੇ ਸੁਣ ਕਰਕੇ ਲੰਘ ਗਏ ਤੇ ਨਾਲ ਕਟਾਕਸ਼ ਕਰੀ ਗਏ। ਇੱਕ ਪਿਆਰਿਓ ਕਟਾਕਸ਼ ਕਰਨ ਦੇ ਨਾਲ ਇਹ ਗੱਲ ਨਹੀਂ ਬਣੇਗੀ, ਇਹ ਭਾਵਨਾ ਦੀ ਗੱਲ ਹੈ।
ਭਾਵਨਾ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਪਿਆਰਿਓ ਜਿਹੜਾ ਸਰਵਣ ਕਰੇਗਾ ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਅੰਤ ਸਮੇਂ ਗੁਰ ਤੇ ਗਤ ਭਾਵੈ। ਜਦੋਂ ਅੰਤ ਦਾ ਸਮਾਂ ਆਵੇਗਾ ਸਤਿਗੁਰੂ ਮਹਾਰਾਜ ਜੀ ਤੋਂ ਉਹਨਾਂ ਨੂੰ ਸਦਗਤੀ ਦੀ ਪ੍ਰਾਪਤੀ ਹੋ ਜਾਇਆ ਕਰਦੀ ਹੈ। ਇਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਚਤੁਰਥ ਰਾਸੇ ਮੰਗਲਾ ਚਰਨ ਪ੍ਰਸੰਗ ਵਰਣਨ ਨਾਮ ਪ੍ਰਥਮੋ ਅੰਸੂ। ਇੱਥੇ ਇਸ ਅਧਿਆਇ ਦੀ ਸਮਾਪਤੀ ਹੈ। ਪਹਿਲਾ ਅਧਿਆਇ ਜਿਹਦੇ ਵਿੱਚ ਮੰਗਲਾ ਚਰਨ ਆਏ ਤੇ ਫਿਰ ਕਥਾ ਦੀ ਪ੍ਰਸਤਾਵਨਾ ਜਿਹੜੀ ਹੈ ਉਹ ਆਪ ਜੀ ਨੇ ਸਰਵਣ ਕਰਨਾ ਕੀਤਾ। ਹੁਣ ਇਸ ਤੋਂ ਅੱਗੇ ਇਤਿਹਾਸ ਦੀ ਕਥਾ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਰੰਭ ਹੋ ਰਹੀ ਹੈ। ਸ਼ਰਧਾ ਭਾਵਨਾ ਦੇ ਨਾਲ ਉਹਨੂੰ ਆਪਾਂ ਸਰਵਣ ਕਰਨਾ ਕਰੀਏ। ਦੋਹਰਾ ਸੁਨੋ ਕਥਾ ਸਭ ਧਾਨ ਹੋਏ ਸ਼ਰੋਤਾ ਸਿੱਖ ਸਮੁਦਾਏ। ਇੱਥੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ, ਉਚਾਰਨ ਕਰ ਰਹੇ ਹਨ। ਸੁਨਹੁ ਕਥਾ ਸਾਵਧਾਨ ਹੋਵੇ ਕਿ ਐ ਗੁਰੂ ਕੇ ਸਿੱਖੋ ਸ਼ਰੋਤਾ ਜਨੋ। ਇਹ ਕਥਾ ਜਿਹੜੀ ਹੈ ਆਲਸ ਦੇ ਨਾਲ ਨਹੀਂ ਕਿ ਐਵੇਂ ਸੌਂਦੇ ਗਏ ਊਂਘਦੇ ਰਹੇ ਤੇ ਨਾਲ ਕਥਾ ਵੀ ਸਰਵਣ ਕਰ ਲਈ, ਨਹੀਂ, ਇਹਦੇ ਵਾਸਤੇ ਸਾਵਧਾਨ ਜਿਹੜਾ ਉਹ ਚਾਹੀਦਾ ਹੈ ਤੇ ਨਾਲ ਇਕਾਗਰ ਚਿੱਤ ਵੀ ਚਾਹੀਦਾ। ਸਾਵਧਾਨ ਬਨ ਕਰਕੇ ਸ਼ਰੋਤੇ ਜਿਹੜੇ ਇਹ ਜਿਹੜੀ ਕਥਾ ਜਿਹੜੀ ਹੈ ਆਪ ਜੀ ਸਰਵਣ ਕਰਨਾ ਕਰੋ। ਬਧੇ ਬਖੇਰਾ ਜਾਹਿ ਤੇ ਮਿਲਨ ਤੁਰਕ ਬਨਾਏ। ਜਿਹੜੀ ਗੱਲ ਦੇ ਨਾਲ ਗੁਰੂ ਘਰ ਦੇ ਨਾਲ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਬਖੇੜਾ ਜਿਹੜਾ ਵੱਧ ਗਿਆ ਸੀ ਤੇ ਫਿਰ ਸਿੱਧਾ ਟੱਕਰ ਜਿਹੜੀ ਹੈ ਤੁਰਕਾਂ ਦੇ ਨਾਲ ਪੈ ਗਈ, ਬਾਦਸ਼ਾਹਾਂ ਦੇ ਨਾਲ ਪੈ ਗਈ। ਉਹ ਕਥਾ ਹੁਣ ਕਵੀ ਰਾਜ ਜੀ ਸਰਵਣ ਕਰਾ ਰਹੇ। ਸਵਈਆ ਰਾਜ ਕਰੇ ਸਗਰੀ ਚਿਤ ਕੋ। ਜਿਹੜਾ ਬਾਦਸ਼ਾਹ ਜਿਹੜਾ ਨਾ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਸਮਕਾਲੀ ਹੋਇਆ ਜਹਾਂਗੀਰ ਬਾਦਸ਼ਾਹ ਤੇ ਜਿਹੜਾ ਸੰਸਾਰ ਦੇ ਵਿੱਚ ਇਹ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਿਹਨੇ ਰਾਜਪਾਟ ਦੀ ਸਥਾਪਨਾ ਕਰਨੀ ਕੀਤੀ, ਬਹੁਤ ਵੱਡਾ ਜਿਹੜਾ ਰਾਜਪਾਟ ਸੀ। ਜਿਨ ਆਇਸ ਮੇਟ ਸਕੈ ਨਹਿ ਕੋ। ਜਿਹਦੀ ਆਗਿਆ ਕੋਈ ਵੀ ਮੇਟ ਨਹੀਂ ਸਕਦਾ, ਭਾਵ ਕਿ ਹਰ ਥਾਂ ਤੇ ਜਿਹਦੀ ਆਗਿਆ ਚੱਲਦੀ ਸੀ। ਦੀਰਘ ਕੋਟ ਚਮੂ ਜਿਸ ਪੈ। ਜਿਹਨੇ ਹਰ ਥਾਂ ਤੇ ਆਪਣੀ ਤਕੜਾਈ ਵਾਸਤੇ ਵੱਡੇ ਵੱਡੇ ਕਿਲੇ ਬਣਾਉਣੇ ਕੀਤੇ, ਬਹੁਤ ਵੱਡੀ ਜਿਹਦੇ ਕੋਲ ਲੱਖਾਂ ਦੀ ਗਿਣਤੀ ਦੇ ਵਿੱਚ ਜਹਾਂਗੀਰ ਨੇ ਆਪਣੇ ਕੋਲ ਫੌਜਾਂ ਰੱਖਣੀਆਂ ਕੀਤੀਆਂ। ਮਵਾਸ ਰਹਿਓ ਅਸ ਭਾਖ ਹੈ ਜੋ। ਜਿਹੜਾ ਇੱਕ ਵੀ ਮਵਾਸ ਜਿਹੜਾ ਉਹਦਾ ਆਕੀ ਬੰਦਾ ਜਿਹੜਾ ਨਹੀਂ ਰਿਹਾ ਜੋ ਬਗਾਵਤ ਕਰਨਾ ਕਰੇ, ਕੋਈ ਵੀ ਬਗਾਵਤੀ ਜਿਹੜਾ ਨਹੀਂ ਰਿਹਾ। ਜਿਹੜਾ ਵੀ ਬਗਾਵਤ ਉਠਾਉਂਦਾ ਸੀ ਇਹਨਾਂ ਨੇ ਸਾਰਿਆਂ ਦਾ ਸਿਰ ਜਿਹੜਾ ਕੁਚਲ ਦੇਣਾ ਕੀਤਾ, ਸਾਰਿਆਂ ਨੂੰ ਆਪਣੇ ਵਿੱਚ ਮਿਲਾ ਲਿਆ। ਭੂਪਤ ਪੂਰਬ ਦਛਨ ਕੋ। ਇਸ ਤਰ੍ਹਾਂ ਇਹ ਰਾਜਾ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਭਾਵੇਂ ਦੱਖਣ ਹੋਵੇ ਭਾਵੇਂ ਪੂਰਬ ਹੋਵੇ। ਪੁਨ ਪੱਛਮ ਕੇਲਿਪ ਸੈਲ ਜਿਹੂ। ਫਿਰ ਪੱਛਮ ਦਾ ਇਲਾਕਾ ਤੇ ਨਾਲ ਪਰਬਤ ਦਾ ਇਲਾਕਾ, ਪਹਾੜਾਂ ਦਾ ਇਲਾਕਾ ਜੋ ਹੈ। ਆਨ ਕੋ ਮਾਨਕ ਡਾਨ ਕੋ ਦੇਤ। ਸਾਰੇ ਲੋਕ ਜਿਹੜੇ ਹਨ ਉੱਤਰ ਦੱਖਣ ਪੂਰਬ ਪੱਛਮ ਹਿੰਦੁਸਤਾਨ ਦੀ ਧਰਤੀ ਤੇ ਜਿੱਥੇ ਜਿੱਥੇ ਸਰਹੱਦਾਂ ਵੱਜਦੀਆਂ ਹਨ, ਇੰਨਾ ਵੱਡਾ ਭਾਰਤ ਵਰਸ਼ ਜਿਹੜਾ ਹੈ, ਸਾਰੇ ਲੋਕ ਸਾਰੇ ਮਾਰੇ ਰਾਜੇ ਮਹਾਰਾਜੇ ਜਿਹੜੇ ਇਹ ਦਿੱਲੀ ਦਾ ਬਾਦਸ਼ਾਹ ਜਿਹੜਾ ਜਹਾਂਗੀਰ ਉਹਦੀ ਆਨ ਮੰਨਦੇ ਸਨ। ਆਨ ਮੰਨ ਕਰਕੇ ਉਹਨੂੰ ਦੰਨ ਦਿਆ ਕਰਦੇ, ਭਾਵ ਕਿ ਉਹਨੂੰ ਟੈਕਸ ਦਿੰਦੇ ਸਨ। ਕੇ ਸੇਵ ਕਰੇ ਰਹੇ ਹਾਜ਼ਰ ਸੋ। ਸਦਾ ਫਿਰ ਉਹ ਬਾਦਸ਼ਾਹ ਦੇ ਅੱਗੇ ਰਹਿ ਕਰਕੇ ਹੱਥ ਜੋੜ ਕਰਕੇ ਉਹਦੀ ਹੁਕਮ ਦੀ ਤਾਮੀਰ ਕਰਦੇ ਹਨ, ਹੁਕਮ ਦੀ ਅਦੂਲੀ ਨਹੀਂ ਕਰਦੇ। ਕਬਿਤ ਦਿੱਲੀ ਪਤ ਪਇਓ ਜਹਾਂਗੀਰ ਜਿਸ ਨਾਮ ਕਹੈ। ਕਵੀ ਰਾਜ ਜੀ ਦੱਸਦੇ ਕਿ ਦਿੱਲੀ ਦਾ ਬਾਦਸ਼ਾਹ ਜਿਹੜਾ ਜਹਾਂਗੀਰ ਬਣਿਆ ਤੇ ਜਿਹੜਾ ਉਹਨੇ ਰਾਜ ਕੀਤਾ ਹੈ ਦਿੱਲੀ ਦੇ ਤਖਤ ਦੇ ਉੱਤੇ। ਅਧਿਕ ਪ੍ਰਤਾਪ ਤੁਰਕੇਸ਼ਰ ਕੋ ਜਾਣੀਐ। ਇਹ ਜਿਹੜਾ ਤੁਰਕੇਸ਼ਰ ਜਿਹੜਾ ਤੁਰਕਾਂ ਦਾ ਰਾਜਾ ਜਿਹੜਾ ਇਹਦਾ ਬਹੁਤ ਜ਼ਿਆਦਾ ਪ੍ਰਤਾਪ ਹੋਇਆ ਸੰਸਾਰ ਦੇ ਵਿੱਚ, ਭਾਵ ਕਿ ਇਹਨੂੰ ਜ਼ਿਆਦਾ ਪਿਆਰਿਓ ਕੁਛ ਕਰਨ ਦੀ ਲੋੜ ਹੀ ਨਹੀਂ ਪਈ ਹੈ। ਜੇ ਆਪਾਂ ਮੁਗਲਾਂ ਦਾ ਇਤਿਹਾਸ ਵੇਖਦੇ ਹਾਂ, ਅਸਲ ਦੇ ਵਿੱਚ ਮੁਗਲਾਂ ਦੀ ਆਰੰਭਤਾ ਜਿਹੜੀ ਹੈ ਬਾਬਰ ਤੋਂ ਹੁੰਦੀ ਹੈ। ਬਾਬਰ ਨੇ ਵੀ ਪਿਆਰਿਓ ਰਾਜਪਾਟ ਵਾਸਤੇ ਬਹੁਤ ਜ਼ਿਆਦਾ ਜੱਦੋ ਜਹਿਦ ਕਰਨਾ ਕੀਤਾ। ਉਹਨੇ ਇਹ ਜਿਹੜਾ ਹੈ ਮੁਗਲਾਂ ਦਾ ਰਾਜ ਹਿੰਦੁਸਤਾਨ ਦੀ ਧਰਤੀ ਤੇ ਉਹਨੇ ਕਾਇਮ ਕਰਨਾ ਕੀਤਾ।
ਜਹਾਂਗੀਰ ਨੇ ਵੀ ਥੋੜਾ ਬਹੁਤ ਯਤਨ ਕੀਤਾ। ਉਸ ਤੋਂ ਬਾਅਦ ਜਿਹੜਾ ਅਕਬਰ ਬਾਦਸ਼ਾਹ ਹੋਇਆ, ਅਕਬਰ ਬਾਦਸ਼ਾਹ ਦਾ ਜੇ ਆਪਾਂ ਇਤਿਹਾਸ ਵੇਖਦੇ ਹਾਂ, ਉਹਨੇ ਬਹੁਤ ਵੱਡਾ ਜੱਦੋ ਜਹਿਦ ਕੀਤਾ, ਆਪਣੀਆਂ ਸੀਮਾਵਾਂ ਜਿਹੜੀਆਂ ਹਨ ਉਹਨੇ ਵਧਾਉਣੀਆਂ ਕੀਤੀਆਂ। ਜਿਹੜੇ ਵੀ ਬਗਾਵਤੀ ਜਿਹੜੇ ਸਨ ਉਹਨਾਂ ਨੂੰ ਕੁਚਲਣਾ ਕੀਤਾ, ਪ੍ਰੇਮ ਪਿਆਰ ਦੇ ਨਾਲ ਉਹਨਾਂ ਦੇ ਨਾਲ ਸੁਲਾਹ ਕਰਨੀ ਕੀਤੀ। ਜੇ ਆਪਾਂ ਪਿਆਰਿਓ ਇਤਿਹਾਸ ਪੜ੍ਹਦੇ ਹਾਂ ਮੁਗਲਾਂ ਦਾ, ਸਭ ਤੋਂ ਜ਼ਿਆਦਾ ਜਿਹੜਾ ਆਪਣੀਆਂ ਸੀਮਾਵਾਂ ਦਾ, ਆਪਣੇ ਰਾਜ ਦਾ ਵਿਸਥਾਰ ਜਿਹੜਾ ਹੈ ਇਹਨੇ ਅਕਬਰ ਨੇ ਕਰਨਾ ਕੀਤਾ। ਫਿਰ ਅਕਬਰ ਜਿਹੜਾ ਚਲਾਣਾ ਕਰ ਗਿਆ, ਜਦੋਂ ਮਰ ਗਿਆ ਉਸ ਤੋਂ ਬਾਅਦ ਆਪ ਮੁਹਾਰੇ ਇਹ ਰਾਜ ਗੱਦੀ ਜਿਹੜੀ ਹੈ ਉਹਦੇ ਲੜਕੇ ਨੂੰ ਪ੍ਰਾਪਤ ਹੋ ਗਈ, ਭਾਵ ਕਿ ਜਹਾਂਗੀਰ ਨੂੰ ਜਿਹੜੀ ਹੈ ਇਹ ਰਾਜ ਗੱਦੀ ਜਿਹੜੀ ਪ੍ਰਾਪਤ ਹੋ ਗਈ ਸੀ। ਅਸਲ ਦੇ ਵਿੱਚ ਜਿਹੜਾ ਅਕਬਰ ਬਾਦਸ਼ਾਹ ਜਿਹੜਾ ਸੀ ਉਹਨੂੰ ਪਤਾ ਸੀ ਇਹ ਜਿਹੜਾ ਜਹਾਂਗੀਰ, ਅਸਲ ਦੇ ਵਿੱਚ ਇਹਦਾ ਨਾਮ ਜਿਹੜਾ ਜਹਾਂਗੀਰ ਨਹੀਂ ਸੀ, ਇਹਨੂੰ ਸ਼ੇਖੂ ਕਿਹਾ ਜਾਂਦਾ ਸੀ। ਤੇ ਸ਼ੇਖੂ ਬੜਾ ਬੇਈਮਾਨ ਸੀ, ਪਹਿਲੇ ਤੋਂ ਹੀ ਇਹਨੂੰ ਸ਼ਰਾਬ ਦੀ ਬਹੁਤ ਭੈੜੀ ਲੱਤ ਸੀ, ਸਦਾ ਸ਼ਰਾਬ ਦੇ ਵਿੱਚ ਇਹ ਰਿਹਾ ਕਰਦਾ। ਤੇ ਇੱਕ ਵਾਰੀ ਇਹਨੇ ਇੱਕ ਵੇਸ਼ਿਆ ਦੇ ਵਾਸਤੇ ਆਪਣੇ ਪਿਓ ਦੇ ਨਾਲ, ਅਕਬਰ ਦੇ ਨਾਲ ਇਹਨੇ ਜੰਗ ਕਰਨਾ ਕੀਤਾ, ਉਹ ਹਾਰ ਗਿਆ। ਲੇਕਿਨ ਅਕਬਰ ਨੇ ਕੀ ਕੀਤਾ, ਵੇਖ ਲਿਆ ਕਿ ਭਾਈ ਮੇਰਾ ਬੱਚਾ ਜਿਹੜਾ ਨਿਕੰਮਾ ਹੈ, ਨਲਾਇਕ ਹੈ, ਉਹਨੇ ਰਾਜ ਗੱਦੀ ਦਾ ਤਿਲਕ ਜਿਹੜਾ ਆਪਣਾ ਪੋਤਰਾ ਜਿਹੜਾ ਹੈ ਖੁਸਰੋ ਨੂੰ, ਉਹਨੂੰ ਇਹਨੇ ਰਾਜ ਗੱਦੀ ਦਾ ਤਿਲਕ ਦਿੱਤਾ ਤੇ ਉਹਨੂੰ ਫਿਰ ਆਪਣਾ ਜਾਨਸ਼ੀਨ ਜਿਹੜਾ ਉੱਤਰਾਧਿਕਾਰੀ ਉਹਨੇ ਨਿਯੁਕਤ ਕਰਨਾ ਕੀਤਾ। ਲੇਕਿਨ ਅਚਨਚੇਤ ਪਿਆਰਿਓ ਦੇਖੋ ਹੋਣੀ ਕਿਸ ਤਰ੍ਹਾਂ, ਘਟਨਾ ਕਿਸ ਤਰ੍ਹਾਂ ਵਾਪਰਦੀ ਹੈ। ਅਚਨਚੇਤ ਇਹ ਕਾਲ ਵਸ ਹੋ ਗਿਆ ਅਕਬਰ, ਤੇ ਰਾਜ ਗੱਦੀ ਜਿਹੜੀ ਹੈ ਜਹਾਂਗੀਰ ਨੇ ਉਹਦੇ ਉੱਤੇ ਆਪਣਾ ਕਬਜ਼ਾ ਕਰ ਲੈਣਾ ਕੀਤਾ। ਨਾਮ ਬਦਲ ਲਿਆ ਸ਼ੇਖੂ ਤੋਂ, ਉਹਨੇ ਆਪਣਾ ਨਾਮ ਜਿਹੜਾ ਹੈ ਜਹਾਂਗੀਰ ਕਰਕੇ ਇਹਨੇ ਨਾਮ ਰੱਖਣਾ ਕੀਤਾ। ਉਸ ਤੋਂ ਬਾਅਦ ਫਿਰ ਜਿੰਨੇ ਵੀ ਇਹਦੇ ਆਕੀ ਸਨ, ਵਿਸ਼ੇਸ਼ ਕਰਕੇ ਖੁਸਰੋ ਆਦਿਕ, ਉਹਦਾ ਇਹਨੇ ਕਤਲ ਕਰਨਾ ਕੀਤਾ, ਉਹਨਾਂ ਨੂੰ ਮਾਰ ਕਰਕੇ ਆਪਣੇ ਦੁਸ਼ਮਣਾਂ ਨੂੰ ਇਹਨੇ ਹਟਾਇਆ। ਕਹਿਣ ਦਾ ਭਾਵ ਕਿ ਇਹਨੇ ਕੋਈ ਜ਼ਿਆਦਾ ਵਿਕਾਸ ਨਹੀਂ ਕੀਤਾ, ਇਹਨੇ ਸੀਮਾਵਾਂ ਨਹੀਂ ਵਧਾਈਆਂ, ਇਹਨੂੰ ਤਾਂ ਬੈਠੀ ਬਿਠਾਈ। ਕਈ ਵਾਰੀ ਆਪਾਂ ਕਹਿੰਦੇ ਨਾ ਕਿ ਭਾਈ ਤੂੰ ਕੁਛ ਨਹੀਂ ਕੀਤਾ ਲੇਕਿਨ ਪੂਰੀ ਤੈਨੂੰ ਥਾਲ ਪ੍ਰਾਪਤ ਹੋ ਗਈ ਹੈ, ਬੈਠੇ ਬਿਠਾਏ ਤੈਨੂੰ ਸਭ ਪ੍ਰਾਪਤ ਹੋ ਗਿਆ। ਇਸ ਤਰ੍ਹਾਂ ਹੀ ਆ ਜਹਾਂਗੀਰ ਬਾਦਸ਼ਾਹ ਜਿਹੜਾ ਕਵੀ ਰਾਜ ਜੀ ਦੱਸਦੇ, ਇਹਨੇ ਕੋਈ ਜ਼ਿਆਦੀ ਜੱਦੋ ਜਹਿਦ ਨਹੀਂ ਕਰਨੀ ਕੀਤੀ ਹੈ, ਬੇਈਮਾਨੀ ਦੇ ਨਾਲ ਇਹਨੂੰ ਸਭ ਕੁਝ ਜਿਹੜਾ ਹੈ ਉਹ ਪ੍ਰਾਪਤ ਹੋ ਗਿਆ। ਕੋਸ਼ ਮੈਂ ਦਰਬ ਮਹਾਦੇਤ ਲੇਤ ਜਹਾਂ ਕਹਾਂ, ਉਹਦੇ ਕੋਸ਼ ਭਾਵ ਕੇ ਕੋਸ਼ ਦਾ ਮਤਲਬ ਕਿ ਉਹਦੇ ਖਜ਼ਾਨੇ ਦੇ ਵਿੱਚ ਵੀ ਬਹੁਤ ਜ਼ਿਆਦੀ ਮਾਇਆ ਸੀ, ਜਿੱਥੇ ਕਿਥੇ ਇਹ ਮਾਇਆ ਦਿਆ ਕਰਦਾ। ਪਰ ਸਮਾਜ ਕਹਾਂ ਗਿਨ ਮੈਂ ਜਾਣੀਐ, ਕਵੀ ਰਾਜ ਜੀ ਦੱਸਦੇ ਹਨ ਕਿ ਔਰ ਉਹਦਾ ਜਿਹੜਾ ਸਮਾਜ ਦਾ ਜੋ ਉਹਨੇ ਵਿਸਥਾਰ ਸੀ ਨਾ, ਉਹ ਆਪਾਂ ਕਿੱਥੋਂ ਤੱਕ ਤੁਹਾਨੂੰ ਦੱਸਣਾ ਕਰੀਏ ਕਿ ਕਿੰਨੀਆਂ ਫੌਜਾਂ, ਕਿੰਨੇ ਘੋੜੇ, ਹਾਥੀ ਸੀ ਕਰਕੇ, ਭਾਵ ਕਿ ਬਹੁਤ ਵੱਡਾ ਇਹਦਾ ਸਮਾਜ ਸੀ। ਚਾਰੋ ਦਿਸ਼ ਮਹਾ ਤਰਾਸ ਜੁਦ ਤੇ ਨਿਰਾਸ ਭਏ, ਚਾਰੇ ਦਿਸ਼ਾਵਾਂ ਦੇ ਵਿੱਚ ਕੋਈ ਇਹਦੇ ਅੱਗੇ ਅੜ ਨਹੀਂ ਸਕਦਾ, ਸਾਰੇ ਇਹ ਤੋਂ ਨਿਰਾਸ਼ ਹੋ ਗਏ। ਹਾਥ ਬੰਦ ਆਨ ਪਾਸ ਜੀਵਨ ਕੋ ਠਾਨੀਐ, ਫਿਰ ਜਿਹੜੇ ਰਾਜੇ ਮਹਾਰਾਜੇ ਨੇ ਵੇਖਿਆ ਕਿ ਭਾਈ ਇਹਦੇ ਨਾਲ ਆਪਾਂ ਜੰਗ ਨਹੀਂ ਕਰ ਸਕਦੇ ਆ, ਉਹਨਾਂ ਨੇ ਆ ਕਰਕੇ ਇਹਦੇ ਅੱਗੇ ਹੱਥ ਜੋੜ ਕਰਕੇ ਇਹਦੀ ਈਨ ਨੂੰ ਸਵੀਕਾਰ ਕਰਨਾ ਕੀਤਾ। ਰੰਕ ਦੇਹ ਰਾਜਾ ਕਰ ਰਾਜਾ ਕੋ ਬਣਾਵੇ ਰੰਕ, ਇਹਨੇ ਫਿਰ ਕੀ ਕਰਨਾ ਕੀਤਾ, ਜਿਹੜੇ ਗਰੀਬ ਸਨ, ਜਿਹੜਾ ਇਹਦਾ ਪੱਖੀ ਬਣ ਗਿਆ, ਉਹ ਭਾਵੇਂ ਗਰੀਬ ਭਿਖਾਰੀ ਸੀ ਤੇ ਉਹਨਾਂ ਨੂੰ ਰਾਜੇ ਬਣਾ ਲਿਆ, ਤੇ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਜਿਹੜੇ ਸਨ ਜਿਨ੍ਹਾਂ ਨੇ ਇਹਦੀ ਈਨ ਨਹੀਂ ਮੰਨਣੀ ਕੀਤੀ, ਉਹਨਾਂ ਨੂੰ ਇਹਨੇ ਭਿਖਾਰੀ ਬਣਾ ਦਿੱਤਾ। ਐਸੋ ਪਾਤਸ਼ਾਹ ਪਇਓ ਐਸ਼ਵਰਜ ਮਹਾਨੀ, ਇਹੋ ਜਿਹਾ ਇਹ ਜਹਾਂਗੀਰ ਬਾਦਸ਼ਾਹ ਹੋਇਆ ਜਿਹਦਾ ਬਹੁਤ ਵੱਡਾ ਖਿਲਾਰਾ ਸੀ, ਬਹੁਤ ਵੱਡਾ ਜਿਹਦਾ ਐਸ਼ਵਰਜ ਸੀ। ਕਬਿਤ ਤਾਂ ਕੋ ਹੈ ਦੀਵਾਨ ਏਕ ਚੰਦੂ ਨਾਮ ਅਬੇਕ, ਗੁਰ ਪਰਮੇਸ਼ਵਰ ਤਾਂ ਕੋ ਹੈ ਦੀਵਾਨ ਏਕ ਚੰਦੂ ਨਾਮ ਅਬੇਕ। ਉਹਦਾ ਜਿਹੜਾ ਇਹੋ ਜਿਹਾ ਬਾਦਸ਼ਾਹ ਜਿਹੜਾ ਜਹਾਂਗੀਰ ਜੋ ਹੈ ਨਾ, ਇਹ ਗੱਲ ਜਿਹੜੀ ਹੈ ਜਹਾਂਗੀਰ ਦੀ ਉਚਾਰਨ ਕਰਨੀ ਕੀਤੀ, ਪ੍ਰਸ਼ਟ ਭੂਮੀ ਤਿਆਰ ਕੀਤੀ ਕਿ ਇਹੋ ਜਿਹਾ ਜਿਹੜਾ ਨਿਰਦਈ ਬਾਦਸ਼ਾਹ, ਜਿਹੜਾ ਬਹੁਤ ਜ਼ਿਆਦਾ ਜਿਹਦਾ ਖਿਲਾਰਾ ਸੀ, ਬਹੁਤ ਵੱਡਾ,
ਜਿਹਨੇ ਐਸ਼ਵਰਜ ਨੂੰ ਮਾਨਣਾ ਕੀਤਾ, ਉਹ ਜਹਾਂਗੀਰ ਦਾ ਅੱਗੇ ਇੱਕ ਮਹਾਮੰਤਰੀ ਇੱਕ ਵਜ਼ੀਰ ਸੀ, ਉਹਦਾ ਨਾਮ ਸੀ ਚੰਦੂ ਕਰਕੇ। ਗੁਰੂ ਪਰਮੇਸ਼ਵਰ ਮਹਾਤਮ ਨ ਜਾਣਈ, ਜਿਹਨੂੰ ਸਤਿਗੁਰੂ ਮਹਾਰਾਜ ਜੀ ਦਾ ਤੇ ਪਰਮੇਸ਼ਰ ਦਾ ਜਿਹਨੂੰ ਮਹਾਤਮ ਦਾ ਪਤਾ ਹੀ ਨਹੀਂ ਸੀ, ਭਾਵ ਕਿ ਰਾਜ ਮਦ ਦੇ ਵਿੱਚ ਜਿਹੜਾ ਅੰਨਾ ਹੋ ਕਰਕੇ ਬੈਠਿਆ ਹੈ। ਮਾਇਆ ਮਦ ਮਾਤੋ ਮੂੜ ਕੁਮਤ ਅਰੂੜ ਰਹਿ, ਜਿਹੜਾ ਸਦਾ ਮਾਇਆ ਦੇ ਮਦ ਦੇ ਵਿੱਚ ਮੱਥਿਆ ਹੋਇਆ ਰਹਿੰਦਾ, ਬਸ ਜਿਹਨੂੰ ਮਾਇਆ ਦਾ ਹੀ ਬਹੁਤ ਵੱਡਾ ਅਹੰਕਾਰ ਹੈ, ਸਦਾ ਪਿਆਰਿਓ ਕੁਮਤ ਦੇ ਵਿੱਚ ਹੀ ਜਿਹੜਾ ਲੱਗਿਆ ਰਹਿੰਦਾ। ਹੁਕਮ ਚਲਾਵਤ ਹੰਕਾਰ ਕੈ ਮਹਾਨਈ, ਫਿਰ ਇਹ ਕੀ ਕਰਦਾ ਸੀ ਚੰਦੂ, ਜਿਹੜਾ ਆਪਣਾ ਹੁਕਮ ਇਹ ਚਲਾਇਆ ਕਰਦਾ ਤੇ ਆਪਣਾ ਅਹੰਕਾਰ ਆਪਣਾ ਈਨ ਇਹ ਲੋਕਾਂ ਤੋਂ ਮਨਾਉਂਦਾ। ਜਿਹੜਾ ਨਹੀਂ ਮੰਨਦਾ ਕਹਿੰਦਾ ਤੈਨੂੰ ਪਤਾ ਨਹੀਂ ਭਾਈ, ਮੈਂ ਮਹਾਮੰਤਰੀ ਹਾਂ, ਮੈਂ ਫਲਾਣਾ, ਮੈਂ ਟਿਮਕਾਣਾ, ਮੇਰਾ ਬਚਨ ਨਹੀਂ ਮੰਨੋਗੇ, ਮੈਂ ਤੁਹਾਨੂੰ ਸਜ਼ਾ ਦੇਣਾ। ਇਸ ਤਰ੍ਹਾਂ ਫਿਰ ਇਹਨੂੰ ਬਹੁਤ ਜ਼ਿਆਦਾ ਆਪਣੇ ਰਾਜ ਦਾ ਮਦ ਹੋ ਗਿਆ, ਅਹੰਕਾਰ ਹੋ ਗਿਆ। ਪਾਤਸ਼ਾਹੀ ਲੋਕ ਸਭ ਮਾਨੇ ਆਨ ਠਾਣੇ ਨਮੋ, ਇਸ ਕਰਕੇ ਜਿੰਨੇ ਵੀ ਬਾਦਸ਼ਾਹ ਦੇ ਜਿਹੜੇ ਛੋਟੇ ਮੋਟੇ ਅਹਿਲਕਾਰ ਜਿਹੜੇ ਉਹ ਸਾਰੇ ਇਹਦੀ ਈਨ ਮੰਨਦੇ ਸਨ, ਸਾਰੇ ਇਹਦੇ ਅੱਗੇ ਆ ਕਰਕੇ ਹੱਥ ਪੈਰ ਜੋੜਦੇ। ਚਾਹੇ ਜਿਮ ਕਰੇ ਤਿਮ ਦੇਸ਼ ਜਿਸ ਮਾਨਈ, ਇਹ ਫਿਰ ਜਿਸ ਤਰ੍ਹਾਂ, ਕਿਉਂਕਿ ਇਹਨੂੰ ਜਦੋਂ ਪਿਆਰਿਓ ਆਪਾਂ ਵੇਖਦੇ ਹਾਂ ਕਈ ਵਾਰੀ ਨਾ ਸਮਝ ਬੰਦਾ, ਜਿਹੜਾ ਮੂਰਖ ਬੰਦਾ ਜਿਹੜਾ ਹੈ, ਤੁਸਬੀ ਬੰਦਾ ਜਿਹੜਾ ਉਹਦੇ ਕੋਲ ਰਾਜ ਪਾਟ ਆ ਜਾਵੇ, ਉਹਦੇ ਕੋਲ ਸ਼ਕਤੀ ਆ ਜਾਵੇ, ਤਾਂ ਸੱਚ ਜਾਣੋ ਉਹ ਬੰਦੇ ਜਿਹੜੇ ਹਨ ਸ਼ਕਤੀ ਦਾ ਦੁਰਉਪਯੋਗ ਕਰਦੇ ਹਨ, ਗਲਤ ਪਾਸੇ ਉਹ ਆਪਣੀਆਂ ਸ਼ਕਤੀਆਂ ਨੂੰ ਲਾਉਂਦੇ ਹਨ। ਇਹਨੇ ਇੰਜੀ ਕਰਨਾ ਕੀਤਾ ਤੇ ਚਾਹੇ ਜਿਮ ਕਰੈ, ਜਿਸ ਤਰ੍ਹਾਂ ਇਹਦੇ ਮਨ ਵਿੱਚ ਆਉਂਦਾ, ਕਿਉਂਕਿ ਸ਼ਕਤੀ ਆ ਗਈ ਹੈ। ਜਦੋਂ ਪਿਆਰਿਓ ਬੰਦੇ ਨੂੰ ਆਪਾਂ ਵੇਖਦੇ ਹਾਂ, ਉਹੀ ਬੰਦਾ ਜਿਹੜਾ ਹੈ ਜਦੋਂ ਸ਼ਕਤੀ ਨਾ ਹੋਵੇ ਉਹ ਲੋਕਾਂ ਦੇ ਅੱਗੇ ਹੱਥ ਜੋੜਦੇ ਹਨ, ਚੁੱਪਚਾਪ ਰਹਿੰਦੇ। ਲੇਕਿਨ ਉਹਨੂੰ ਜਦੋਂ ਥੋੜੀ ਕੋ ਵੀ ਸ਼ਕਤੀ ਆ ਜਾਵੇ, ਤਾਕਤ ਆ ਜਾਵੇ, ਫਿਰ ਤਾਕਤ ਦੇ ਵਿੱਚ ਕਿਸ ਤਰ੍ਹਾਂ ਅੰਨੇ ਹੋ ਜਾਂਦੇ ਹਨ। ਫਿਰ ਕੋਈ ਇਹਨਾਂ ਦੇ ਵਾਸਤੇ ਜਿਹੜੀ ਹੈ ਮਰਿਆਦਾ ਆਦਿਕ ਨਹੀਂ ਹੁੰਦੀ ਹੈ, ਕੋਈ ਇਹਨਾਂ ਦੇ ਵਾਸਤੇ ਲੋਕ ਭਲਾਈ ਨਹੀਂ ਹੁੰਦੀ। ਜਿਸ ਤਰ੍ਹਾਂ ਇਹਨਾਂ ਦੇ ਮਨ ਵਿੱਚ ਆਉਂਦਾ, ਫਿਰ ਇਹ ਬੰਦੇ ਕੀ ਆਪਣਾ ਹੀ ਹਿੱਤ ਸੋਚਦੇ, ਕਹਿੰਦੇ ਜੀ ਭਾਲ ਵਿੱਚ ਜਾਵੇ ਲੋਕ, ਸਾਨੂੰ ਕੀ ਕਰਨਾ ਜੀ, ਮਰੇ ਖਪੇ, ਲੇਕਿਨ ਮੇਰਾ ਕੰਮ ਜਿਹੜਾ ਬਣਨਾ ਚਾਹੀਦਾ। ਇਸ ਤਰ੍ਹਾਂ ਇਹਦੀ ਬਿਰਤੀ ਬਣ ਗਈ। ਏਕ ਸੁਤਾ ਪਈ ਤਾਕੋ ਨਾਮ ਰਾਖਿਓ ਸਦਾ ਕਾ, ਇਹੋ ਜਿਹਾ ਜਿਹੜਾ ਇਹ ਚੰਦੂ ਜਿਹੜਾ ਹੈ, ਅੱਗੇ ਫਿਰ ਇਹਦੀ ਇੱਕ ਲੜਕੀ ਹੋਈ ਹੈ, ਉਹਦਾ ਨਾਮ ਇਹਨੇ ਸਦਾ ਕੁਰ ਕਰਕੇ ਰੱਖਣਾ ਕੀਤਾ। ਕਲਹਾ ਅਵਤਰੀ ਦੋਨੋਂ ਲੋਕ ਪਿਤ ਹਾਨਈ, ਜਾਣੋ ਕਿ ਇਹ ਕਲਹਾ ਜਿਹੜੀ ਹੈ ਝਗੜੇ ਦਾ, ਲੜਾਈ ਦਾ ਮੂਲ ਬਣ ਕਰਕੇ ਇਹਦੇ ਘਰ ਦੇ ਵਿੱਚ ਉਹ ਪੈਦਾ ਹੋਈ ਹੈ। ਸਾਤ ਮੇ ਬਰਖ ਵਿਖੈ ਸੁਤਾ ਜਬ ਹੀਰੀ ਨਿਜ, ਜਦੋਂ ਉਹਦੀ ਲੜਕੀ ਸਦਾ ਕੁੰਵਰ ਜਿਹੜੀ ਹੈ, ਉਮਰ ਉਹਦੀ ਆਰਬਲਾ ਵੱਧਦੀ, ਜਦੋਂ ਉਹ 7-8 ਸਾਲਾਂ ਦੇ ਵਿੱਚ ਪਹੁੰਚ ਗਈ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਨਿੱਕੇ ਉਮਰ ਦੇ ਵਿੱਚ, ਛੋਟੀ ਉਮਰ ਦੇ ਵਿੱਚ ਵਿਆਹ ਸ਼ਾਦੀ ਕਰਵਾ ਦਿੱਤੀ ਜਾਂਦੀ ਸੀ, ਤੇ ਬਾਅਦ ਦੇ ਵਿੱਚ ਜਦੋਂ ਬੱਚੀ ਸਿਆਣੀ ਹੋ ਜਾਵੇ, ਉਹ ਤੋਂ ਬਾਅਦ ਉਹਦਾ ਡੋਲਾ ਜਿਹੜਾ ਹੈ ਮੁਕਲਾਵਾ ਲੈ ਕਰਕੇ ਆਇਆ ਕਰਦੇ ਸਨ। ਤਕਰੀਬਨ ਪਿਆਰਿਓ 8-10 ਸਾਲ ਦੇ ਵਿੱਚ ਮੰਗਣੀ ਆਦਿਕ ਹੋ ਜਾਇਆ ਕਰਦੀ। ਜਦੋਂ ਚੰਦੂ ਦੀ ਲੜਕੀ ਜਿਹੜੀ ਹੈ 7-8 ਸਾਲਾਂ ਦੀ ਹੋਈ, ਇਹਦੇ ਮਨ ਵਿੱਚ ਚਿੰਤਾ ਪੈਦਾ ਹੋ ਗਈ ਹੈ। ਇਹਨੇ ਵਿਚਾਰ ਕਰਨੀ ਕੀਤੀ, ਮੇਰੀ ਬੱਚੀ ਜਿਹੜੀ ਹੈ ਇਹਦਾ ਹੁਣ ਵਿਆਹ ਕਰ ਦੇਣਾ ਚਾਹੀਦਾ। ਕਰੋ ਸੰਬੰਧ ਕਹੂੰ ਐਸੇ ਮਨ ਆਨਿਓ, ਇਹਦੇ ਮਨ ਦੇ ਵਿੱਚ ਆਇਆ ਕਿ ਕੋਈ ਵਧੀਆ ਯੋਗ ਵਰ ਵੇਖ ਕਰਕੇ ਮੈਂ ਆਪਣੇ ਲੜਕੀ ਦਾ ਸੰਬੰਧ ਜਿਹੜਾ ਬਣਾ ਦਵਾਂ, ਭਾਵ ਕਿ ਇਹਦਾ ਮੈਂ ਵਿਆਹ ਕਰ ਦਵਾਂ। ਵਿਪਰ ਕੋ ਬਿਲਾਇਓ ਸਮਝਾਇਓ ਮਿਲ ਦੰਪਤੀ ਨੇ, ਇਹਨੇ ਫਿਰ ਕੀ ਕਰਨਾ ਕੀਤਾ, ਜਿਹੜਾ ਵਿਪਰ ਜਿਹੜਾ ਪੰਡਤ ਜਿਹੜੇ ਹਨ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਪੰਡਤ ਜਿਹੜੇ ਬ੍ਰਾਹਮਣ ਜਿਹੜੇ ਹੁੰਦੇ ਹਨ, ਇਹੀ ਪਿਆਰਿਓ ਫਿਰ ਲੋਕਾਂ ਦੇ ਰਿਸ਼ਤੇ ਲਾਉਣੇ ਹਨ, ਵਿਚੋਲੇ ਦਾ ਇਹੀ ਕੰਮ ਕਰਿਆ ਕਰਦੇ ਸਨ। ਤੇ ਇਹਨੇ ਵਿਚੋਲਗੀ ਕਰਨ ਵਾਸਤੇ ਜਿਹੜੇ ਪੰਡਤਾਂ ਦਾ ਟੋਲਾ ਜਿਹੜਾ ਉਹਨਾਂ ਨੂੰ ਬੁਲਾ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਸਮਝਾਉਂਦਾ ਹੈ। ਸੰਪਤ ਹਮਾਰੇ ਸਮ ਸਦਨ ਮਾਨਿਓ, ਫਿਰ ਕਹਿੰਦਾ ਜਦੋਂ ਉਹ ਪੰਡਤ ਆ ਗਏ ਜਿਨ੍ਹਾਂ ਨੇ ਇਹ ਵਿਚੋਲੇ ਦਾ ਕੰਮ ਕਰਨਾ, ਲੜਕੀ ਵਾਸਤੇ ਯੋਗ ਵਰ ਢੂੰਡਣਾ, ਉਹਨਾਂ ਨੂੰ ਬੁਲਾ ਕਰਕੇ ਕਹਿੰਦਾ, ਚੰਦੂ ਕਹਿੰਦਾ ਕਿ ਦੇਖੋ ਜੀ ਮੇਰੀ ਲੜਕੀ ਸਿਆਣੀ ਹੋਈ ਹੈ,
ਇਹਦਾ ਆਪਾਂ ਨੇ ਹੁਣ ਵਿਆਹ ਕਰ ਦੇਣਾ ਹੈ। ਲੇਕਿਨ ਇੱਕ ਗੱਲ ਤੁਸੀਂ ਯਾਦ ਰੱਖਣਾ ਕਰੋ, ਮੈਂ ਕਿੰਨਾ ਵੱਡਾ ਬੰਦਾ, ਮੇਰੇ ਕੋਲ ਕਿੰਨੀ ਜ਼ਿਆਦੀ ਸੰਪਤੀ ਹੈ, ਮੇਰਾ ਘਰ ਕਿੰਨਾ ਵੱਡਾ ਹੈ, ਸਾਡੀ ਹੈਸੀਅਤ ਦੇ ਮੁਤਾਬਕ ਸਾਡੇ ਜਿਨ੍ਹਾਂ ਦੇ ਨਾਲ ਮੇਲੀ ਹੋਣ ਤੇ ਸਾਡੇ ਟੱਕਰ ਦੇ ਬੰਦੇ ਜਿਹੜੇ ਹਨ, ਜਿਨ੍ਹਾਂ ਦੀ ਇਹੋ ਜੀ ਐਸ਼ਵਰਜਤਾ ਹੋਵੇ, ਉਹਨਾਂ ਦੇ ਨਾਲ ਤੂੰ ਸਾਡੇ ਲੜਕੀ ਦਾ ਰਿਸ਼ਤਾ ਕਰਨਾ ਕਰ। ਉੱਚੀ ਕੁਲ ਹੋਏ ਲਿਓ ਬ੍ਰਿੰਦਪੁਰ ਜੋਏ ਤੁਮ। ਨਾਲ ਫਿਰ ਇਹ ਵੀ ਕਿਹਾ ਕਿ ਉਹਦੀ ਕੁਲ ਵੀ ਜਿਹੜੀ ਹੈ ਉੱਚੀ ਹੋਣੀ ਚਾਹੀਦੀ ਹੈ। ਪੰਡਤ ਜੀ ਇਹੋ ਜਿਹਾ ਵਧੀਆ ਲੜਕਾ ਜਿਹੜਾ ਹੈ ਪਰਿਵਾਰ ਤੁਸੀਂ ਲੱਭ ਕੇ ਲੈ ਕੇ ਆਓ, ਤੇ ਜਿੰਨਾ ਮਰਜੀ ਤੁਸੀਂ ਫਿਰ ਜੋ ਮਾਇਆ ਕਹੋਗੇ ਮੈਂ ਤੁਹਾਨੂੰ ਮਾਇਆ ਦੇਣ ਵਾਸਤੇ ਤਿਆਰ ਹਾਂ। ਸੁੰਦਰ ਸਰੂਪ ਪਰ ਖੋਜੋ ਸਭ ਥਾਨਿਓ। ਨਾਲ ਕਹਿੰਦਾ ਕਿ ਲੜਕੇ ਦਾ ਸਰੂਪ ਵੀ ਜਿਹੜਾ ਹੈ ਬੜਾ ਸੁੰਦਰ ਹੋਣਾ ਚਾਹੀਦਾ। ਬਸ ਇਹ ਗੱਲਾਂ ਤੁਸੀਂ ਨੋਟ ਕਰ ਲੈਣਾ ਕਰੋ। ਸਾਡੇ ਬਰਾਬਰੀ ਦਾ ਹੋਵੇ, ਅੱਤ ਦਾ ਮਾਇਆ ਧਾਰੀ ਬੰਦਾ ਹੋਵੇ, ਨਾਲ ਉੱਚੀ ਜਾਤ ਦਾ ਹੋਵੇ, ਉੱਚੀ ਕੁਲ ਦਾ ਹੋਵੇ, ਤੇ ਜਿਹਦੇ ਬਹੁਤ ਤਗੜੇ ਤਗੜੇ ਮਹਿਲ ਮਾੜੀਆਂ ਹੋਣ, ਲੜਕਾ ਵੀ ਜਿਹੜਾ ਐਨ ਤਗੜਾ ਗੱਭਰੂ ਜਵਾਨ ਹੋਵੇ। ਇਹੋ ਜਿਹਾ ਵਧੀਆ ਜਿਹੜਾ ਇਹ ਸਾਰੇ ਜਦੋਂ ਇਹ ਲਗਨ ਸ਼ਗਨ ਜਦੋਂ ਮਿਲਦੇ ਹੋਣ, ਸਾਡੀ ਬਰਾਬਰੀ ਦਾ ਕੋਈ ਮਿਲਦਾ ਹੋਵੇ, ਉਹ ਵਰ ਤੁਸੀਂ ਢੂੰਡ ਕੇ ਲੈ ਕੇ ਆਉਣਾ ਕਰੋ। ਜਿੰਨੀ ਤੁਸੀਂ ਮਾਇਆ ਕਹੋਗੇ ਮੈਂ ਤੁਹਾਨੂੰ ਮਾਇਆ ਦਵਾਂਗਾ। ਤੀਨੋਂ ਹੈ ਇਕੱਤਰਤਾ ਬਚਿੱਤਰ ਬਾਤ ਜਾਨੋ ਮਨ। ਇਹ ਤਿੰਨਾਂ ਗੱਲਾਂ ਜਿਹੜੀਆਂ ਇਹ ਇਕੱਤਰ ਹੋਣੀਆਂ ਚਾਹੀਦੀਆਂ। ਇਹ ਨਹੀਂ ਕਿ ਭਾਈ ਕਿ ਬਹੁਤ ਤਗੜਾ ਮਾਇਆ ਧਾਰੀ ਹੈ ਲੇਕਿਨ ਲੜਕਾ ਜਿਹੜਾ ਕਰੂਪ ਦਾ ਦੇ ਨਾਲ ਭਰਿਆ ਹੋਇਆ। ਇਹਦੇ ਵਿੱਚ ਇਹ ਤਿੰਨ ਗੱਲਾਂ ਜਿਹੜੀਆਂ ਮੈਨੇ ਦਸੀਆਂ, ਇਹ ਤਿੰਨ ਗੁਣ ਉਹਨਾਂ ਦੇ ਅੰਦਰ ਹੋਣੇ ਚਾਹੀਦੇ ਹਨ। ਆਲਸ ਨ ਕੀਜੇ ਫਿਰ ਬੇਕੋ ਹਿਤ ਠਾਨਿਓ। ਹੁਣ ਤੁਸੀਂ ਆਲਸ ਨਾ ਕਰਨਾ ਕਰੋ, ਆਪਣਾ ਟੋਲਾ ਜਥਾ ਲੈ ਕਰਕੇ ਚੱਲ ਜਾਓ। ਜਿੱਥੇ ਤੁਹਾਨੂੰ ਮੇਰੇ ਲੜਕੀ ਦੇ ਵਾਸਤੇ ਇਹ ਤਿੰਨ ਗੁਣ ਜਿਹੜੇ ਜਿੱਥੇ ਤੁਹਾਨੂੰ ਨਜ਼ਰ ਆ ਜਾਣ, ਤੇ ਫਿਰ ਤੁਸੀਂ ਮੇਰੇ ਲੜਕੀ ਦਾ ਰਿਸ਼ਤਾ ਉੱਥੇ ਪੱਕਾ ਕਰ ਦੇਣਾ ਕਰੋ। ਮੈਂ ਤੁਹਾਨੂੰ ਮਾਇਆ ਦਵਾਂਗਾ ਤੇ ਮੇਰੇ ਲੜਕੀ ਦਾ ਵਿਆਹ ਉਹਨਾਂ ਦੇ ਨਾਲ ਮੈਨੇ ਕਰ ਦੇਣਾ ਹੈ। ਕਬਿਤ ਹਮ ਸਭ ਧਨ ਹੋਏ ਉੱਚ ਬੰਸ ਸੁਧ ਹੋਏ। ਫਿਰ ਕਹਿੰਦਾ ਕਿ ਬਾਰ-ਬਾਰ ਇਹੀ ਗੱਲ ਰਿਪੀਟ ਕਰਦਾ, ਦੁਹਰਾਉਂਦਾ ਕਿ ਦੇਖੋ ਮੇਰੇ ਵਰਗਾ ਧਨਾੜ ਹੋਵੇ, ਮਾਇਆ ਧਾਰੀ ਹੋਵੇ। ਜਿਸ ਤਰ੍ਹਾਂ ਸਾਡੀ ਉੱਚੀ ਬੰਸ ਹੈ ਖੱਤਰੀਆਂ ਦੀ, ਤੇ ਉਹ ਖੱਤਰੀਆਂ ਦੀ ਬੰਸ ਦੇ ਵਿੱਚੋਂ ਹੋਣਾ ਚਾਹੀਦਾ। ਸੁੰਦਰ ਸਰੂਪ ਹੋਏ ਵਰ ਦੇਖ ਲੀਜੀਐ। ਸੁੰਦਰ ਸਰੂਪ ਹੋਵੇ ਲੜਕੇ ਦਾ, ਇਹੋ ਜਿਹਾ ਵਰ ਤੁਸੀਂ ਢੂੰਡਣਾ ਕਰੋ, ਵੇਖਣਾ ਕਰੋ। ਦੇਸ਼ਨ ਵਿਦੇਸ਼ ਵਿਖੇ ਵਿਚਰੋ ਵਿਸ਼ੇਸ਼ ਕਰ। ਪਹਿਲਾਂ ਤਾਂ ਆਪਣੇ ਦੇਸ਼ ਦੇ ਵਿੱਚ ਵਿਚਰ ਕਰਕੇ ਦੇਖੋ, ਜੇ ਤੁਹਾਨੂੰ ਨਜ਼ਰ ਨਹੀਂ ਆਉਂਦਾ ਤੇ ਫਿਰ ਵਿਦੇਸ਼ਾਂ ਦੇ ਵਿੱਚ ਜਾ ਕਰਕੇ ਤੁਸੀਂ ਲੱਭਣਾ ਕਰੋ, ਟੋਲਣਾ ਕਰੋ। ਲੇਕਿਨ ਇਹ ਤਿੰਨ ਗੁਣ ਉਹਦੇ ਅੰਦਰ ਜ਼ਰੂਰੀ ਹੋਣੇ ਚਾਹੀਦੇ ਹਨ। ਹੇਰਹੁ ਆਸ਼ੀਸ਼ ਜੇ ਨਰੇਸ਼ ਵੇਸ਼ ਕੀਜੀਐ। ਹੇਰਹੁ ਆਸ਼ੀਸ਼ ਜੇ ਨਰੇਸ਼ ਵੇਸ਼ ਕੀਜੀਐ। ਚੰਗੀ ਤਰ੍ਹਾਂ ਜਾ ਕਰਕੇ ਵੇਖਣਾ ਕਰੋ, ਰਾਜ ਪਰਿਵਾਰ ਵਾਲਾ ਲੜਕਾ ਜਿਹੜਾ ਸਾਨੂੰ ਚਾਹੀਦਾ। ਕਾਮਦਾਰ ਹੋਏ ਵੱਡੋ ਵਿਵਹਾਰ ਹੋਏ। ਜਾਂ ਤਾਂ ਠੀਕ ਹੈ ਜੇ ਰਾਜਾ ਤੁਹਾਨੂੰ ਨਹੀਂ ਮਿਲਦਾ ਤੇ ਬਹੁਤ ਵੱਡਾ ਕਾਮਦਾਰ ਹੋਵੇ, ਬਹੁਤ ਵੱਡਾ ਉਹ ਬਿਜ਼ਨਸਮੈਨ ਹੋਵੇ, ਬਹੁਤ ਵੱਡਾ ਜੇ ਤਾਂ ਵਿਵਹਾਰ ਚੱਲਦਾ ਹੋਵੇ, ਜਾਂ ਕੋਈ ਰਾਜੇ ਮਹਾਰਾਜੇ ਦਾ ਬਹੁਤ ਵੱਡਾ ਮੰਤਰੀ ਆਦਿਕ ਹੋਵੇ। ਜਾਹਰ ਉਦਾਰ ਹੋਏ ਮਿਲ ਕੈ ਜਨੀ ਜੀਐ। ਪ੍ਰਗਟ ਤੌਰ ਤੇ ਜਿਹੜਾ ਬੰਦਾ ਬਹੁਤ ਉਦਾਰ ਮਾਇਆਧਾਰੀ ਹੋਵੇ, ਐਨ ਤੁਸੀਂ ਮਿਲ ਕਰਕੇ ਵੇਖਣਾ ਕਰੋ। ਇਹ ਮੈਂ ਨਹੀਂ ਲੱਭਣ ਵਾਸਤੇ ਜਾਣਾ, ਮੈਂ ਇਹ ਗੱਲਾਂ ਜਿਹੜੀਆਂ ਤੁਹਾਡੇ ਉੱਤੇ ਛੱਡ ਦਿੱਤੀਆਂ। ਇਹ ਸਾਰੀ ਪੜਤਾਲਣਾ ਜਿਹੜੀ ਹੈ ਤੁਸਾਂ ਨੇ ਕਰਨੀ ਹੈ ਕਿ ਭਾਈ ਇਹਨਾਂ ਦਾ ਕਾਰੋਬਾਰ ਕਿੰਨਾ ਵੱਡਾ, ਇਹ ਕੰਮ ਕੀ ਕਰਦੇ, ਇਹਨਾਂ ਦੀ ਕੁੱਲ ਕੀ ਹੈ, ਵੰਸ਼ ਕੀ ਹੈ। ਲੜਕਾ ਜਿਹੜਾ ਕੋਈ ਬਿਮਾਰੀ ਤਾਂ ਨਹੀਂ ਹੈ ਇਹਦੇ ਅੰਦਰ, ਦੇਖਣ ਦੇ ਵਿੱਚ ਵੀ ਬੜਾ ਸੋਹਣਾ ਸੁਨੱਖਾ ਹੋਣਾ ਚਾਹੀਦਾ। ਅਸੀਂ ਅੱਖ ਬੰਦ ਕਰਕੇ ਤੁਹਾਡੇ ਵਿਸ਼ਵਾਸ ਦੇ ਉੱਤੇ ਅਸੀਂ ਫਿਰ ਤੁਹਾਨੂੰ ਤੋਰ ਰਹੇ ਹਾਂ, ਭੇਜ ਰਹੇ ਹਾਂ। ਵਧੀਆ ਯੋਗ ਵਰ ਢੂੰਡ ਕੇ ਲੈ ਕੇ ਆਓ, ਉਹਦੇ ਨਾਲ ਅਸੀਂ ਆਪਣੇ ਲੜਕੀ ਦਾ ਵਿਆਹ ਕਰਨਾ। ਐਸੇ ਭਤੀਜੀਏ ਨਾ ਸੰਸੈ ਕੋ ਰਖੀਜੀਏ। ਇਹੋ ਜੀ ਆ ਭਤੀਜੀਏ ਦਾ ਭਾਵ ਕਿ ਵਧੀਆ ਪਤੀਆਵਾ ਲੈਣਾ ਕਰੋ, ਕੋਈ ਗਲਤੀ ਨਾ ਹੋਵੇ। ਕਿਉਂਕਿ ਕਈ ਵਾਰੀ ਕਈ ਲੋਕ ਹੁੰਦਾ ਕੁਛ ਵੀ ਨਹੀਂ ਲੇਕਿਨ ਉਹ ਬਹੁਤ ਜ਼ਿਆਦਾ ਦਿਖਾਉਂਦੇ ਹਨ।
ਫਿਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਭਾਈ ਅਸੀਂ ਤਾਂ ਸੋਚਿਆ ਸੀ ਕਿ ਭਾਈ ਬਹੁਤ ਵੱਡਾ ਇਹ ਮਾਇਆਧਾਰੀ ਹੈ, ਬਹੁਤ ਵੱਡਾ ਇਹਦਾ ਬਿਜ਼ਨਸ ਹੈ। ਫਿਰ ਲੋਕੀ ਕਹਿੰਦੇ ਜੀ ਸਾਨੂੰ ਬਾਅਦ ਵਿੱਚ ਪਤਾ ਚੱਲਿਆ ਜਦੋਂ ਵਿਆਹ ਹੋਇਆ ਲੜਕੀ ਦਾ ਕਿ ਇਹਦਾ ਆਪਣਾ ਘਰ ਨਹੀਂ ਹੈ, ਇਹ ਕਿਰਾਏ ਦੇ ਘਰ ਦੇ ਵਿੱਚ ਰਹਿੰਦਾ। ਤੇ ਕਹਿੰਦਾ ਜੀ ਮੈਂ ਇਹ ਗੱਲਾਂ ਦੇ ਵਿੱਚ ਨਹੀਂ ਪੈਣਾ, ਮੈਂ ਤੁਹਾਨੂੰ ਇਹ ਗੱਲਾਂ ਦੇ ਵਿੱਚ ਸੌਂਪ ਰਿਹਾ ਹਾਂ, ਜ਼ਿੰਮੇਵਾਰੀ ਤੁਹਾਨੂੰ ਦੇ ਰਿਹਾ ਹਾਂ। ਤੁਸੀਂ ਵਧੀਆ ਜਿਹੜਾ ਪਤੀਜ ਕਰਕੇ ਚੰਗੀ ਤਰ੍ਹਾਂ ਪੜਤਾਲ ਕਰਨਾ ਕਰੋ, ਭਾਵੇਂ 10-15 ਦਿਨ ਲੱਗ ਜਾਵੇ ਉਹਨਾਂ ਦੀ ਪੜਤਾਲਾਂ ਵਿੱਚ, ਕੋਈ ਗੱਲ ਨਹੀਂ ਹੈ। ਪੂਰੀ ਵਧੀਆ ਤੁਸੀਂ ਫਿਰ ਪ੍ਰਤੀਜ ਕਰਕੇ ਮੇਰੇ ਕੋਲ ਲੈ ਕੇ ਆਓ, ਮੈਨੂੰ ਫਿਰ ਦੱਸਣਾ ਕਰੋ। ਮੋ ਲਾਜ ਕੋ ਪਿਖੀਜੀਐ ਸੋ ਨਾ ਤੋ ਤਾਹਾਂ ਦੀਜੀਐ। ਮੇਰੀ ਲਾਜ ਹੁਣ ਤੁਹਾਡੀ ਲਾਜ ਹੈ, ਇਸ ਕਰਕੇ ਵਧੀਆ ਵੇਖ ਕਰਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਮਾਪਦੰਡ ਦੱਸੇ ਹਨ ਉਹਦੇ ਉੱਤੇ ਜਿਹੜਾ ਬੰਦਾ ਖਰਾ ਉਤਰਦਾ ਸਾਨੂੰ ਦੱਸ ਦੇਣਾ ਕਰੋ, ਮੈਨੂੰ ਦੱਸਣ ਦੀ ਲੋੜ ਵੀ ਨਹੀਂ ਹੈ। ਕਹਿੰਦਾ ਤੁਸੀਂ ਆਪ ਉੱਥੇ ਨਾਤਾ ਜੋੜ ਦਿਓ, ਮੈਂ ਅੱਖਾਂ ਬੰਦ ਕਰਕੇ ਉਹ ਨਾਤਾ ਜਿਹੜਾ ਸਵੀਕਾਰ ਕਰ ਲਵਾਂਗਾ। ਕਬਿਤ ਚੰਦੂ ਕੇ ਬਚਨ ਸੁਨ ਵਿਪਰ ਨੇ ਸੁਮਾਨ ਮਨ। ਜਿਹੜਾ ਚੰਦੂ ਜਿਹੜਾ ਉਹਨੇ ਜਦੋਂ ਇਹ ਬਚਨ ਕਰਨੇ ਕੀਤੇ, ਉਹਦੇ ਬਚਨਾਂ ਨੂੰ ਸੁਣ ਕਰਕੇ ਪੰਡਤ ਬਾਹਮਣ ਜਿਨ੍ਹਾਂ ਦਾ ਟੋਲਾ ਆਇਆ ਸੀ, ਭਨਿਓ ਤੇਰੇ ਭਾਗ ਧਨ ਤੈਸੀ ਤੁਮ ਜਾਤ ਕੀ। ਕਹਿਣ ਲੱਗੇ ਕਿ ਚੰਦੂ ਬਾਦਸ਼ਾਹ ਤੂੰ ਤਾਂ ਧਨਤਾ ਦੇ ਯੋਗ ਹੈ ਭਾਈ, ਜਿਸ ਤਰ੍ਹਾਂ ਤੂਨੇ ਬਚਨ ਕੀਤਾ ਨਾ, ਤੇਰੇ ਹੈਸੀਅਤ ਦਾ ਬੰਦਾ ਚਾਹੀਦਾ, ਉਹ ਜਿਹਾ ਪਰਿਵਾਰ ਚਾਹੀਦਾ। ਸੱਚ ਜਾਨ ਉਹ ਤੋਂ ਦੂਣ ਸਵਾਇਆ ਹੋਵੇਗਾ, ਵੱਡਾ ਹੋਵੇਗਾ, ਲੇਕਿਨ ਤੇਰੇ ਤੋਂ ਘੱਟ ਪਰਿਵਾਰ ਅਸੀਂ ਨਹੀਂ ਲੱਭਣਾ ਹੈ। ਦੇਸ਼ ਦੇਸ਼ ਮੈਂ ਵਿਲੋਕੈ ਗੇ ਅਸ਼ੇਸ਼ ਹਮ। ਅਸੀਂ ਦੇਸ਼ਾਂ ਦੇ ਵਿੱਚ ਪਹਿਲੇ ਤਾਂ ਆਪਣੇ ਦੇਸ਼ ਦੇ ਵਿੱਚ ਲੱਭਾਂਗੇ, ਇੱਥੇ ਯੋਗ ਵਰ ਨਹੀਂ ਮਿਲਿਆ, ਅਸੀਂ ਵਿਦੇਸ਼ਾਂ ਦੇ ਵਿੱਚ ਜਾ ਕਰਕੇ ਲੱਭਣਾ ਹੈ। ਉਤਮਤਾ ਖੋਜेंगे ਸਮਾਨ ਤੋਂ ਜਾਤ ਕੀ। ਵਧੀਆ ਉੱਤਮਤਾ ਖੋਜ ਕਰਕੇ ਜੋ ਤੂਨੇ ਇਹ ਗੁਣ ਦੱਸੇ ਨਾ, ਉਹ ਗੁਣਾ ਮੁਤਾਬਕ ਵਧੀਆ ਅਸੀਂ ਲੱਭਾਂਗੇ। ਤੇਰੇ ਜਾਤ ਦਾ, ਤੇਰੀ ਪਾਤ ਦਾ, ਤੇਰੀ ਬਿਰਾਦਰੀ ਦਾ ਬੰਦਾ ਲੱਭ ਕੇ ਲਿਆਵਾਂਗੇ, ਉਹਦੇ ਨਾਲ ਹੀ ਤੇਰਾ ਅਸਾਂ ਨੇ ਤੇਰੇ ਬੱਚੀ ਦਾ ਸਾਕ ਜੋੜਨਾ ਹੈ। ਮੇਰੋ ਜਜਮਾਨ ਧਨ ਲਹੂ ਸੰਬੰਧ ਬਨੈ। ਫਿਰ ਪੰਡਤ ਕਹਿਣ ਲੱਗੇ ਕਿ ਤੁਸੀਂ ਸਾਡੇ ਜਜਮਾਨ ਹੋ, ਤੁਹਾਡਾ ਅਸੀਂ ਲੈ ਕਰਕੇ ਛਕਦੇ ਹਾਂ। ਜੇ ਤੁਹਾਨੂੰ ਅਸਾਂ ਨੇ ਧੋਖਾ ਦੇ ਦਿੱਤਾ ਤੇ ਫਿਰ ਸਾਡਾ ਤਾਂ ਮੂੰਹ ਕਾਲਾ ਹੋ ਜਾਵੇਗਾ, ਸਾਨੂੰ ਫਿਰ ਕੌਣ ਧਨ ਦੇਵੇਗਾ। ਇਸ ਕਰਕੇ ਅਸੀਂ ਆਪ ਗਰੰਟੀ ਲੈਂਦੇ ਹਾਂ। ਜੇ ਠੀਕ ਹੈ ਅਸੀਂ ਮੰਨ ਲਿਆ, ਕੋਈ ਗਲਤ ਥਾਂ ਤੇ ਤੇਰੇ ਲੜਕੀ ਦਾ ਜੇ ਨਾਤਾ ਪੱਕਾ ਕਰ ਦਿੱਤਾ, ਫਿਰ ਕੀ ਹੋਵੇਗਾ, ਬਾਅਦ ਵਿੱਚ ਤੈਨੂੰ ਪਤਾ ਚੱਲ ਗਿਆ ਤੇ ਤੂਨੇ ਫਿਰ ਸਾਨੂੰ ਸਜ਼ਾ ਦੇਣੀ ਹੈ, ਸਾਡੇ ਨਾਲ ਤੂਨੇ ਨਾਤਾ ਰਿਸ਼ਤਾ ਤੋੜ ਦੇਣਾ, ਸਾਡੀ ਦੁਕਾਨਦਾਰੀ ਬੰਦ ਹੋ ਜਾਵੇਗੀ। ਇਸ ਕਰਕੇ ਪੰਡਤ ਕਹਿਣ ਲੱਗੇ ਤੂੰ ਸਾਡਾ ਜਜਮਾਨ ਹੈ, ਤੇਰੇ ਤੋਂ ਅਸੀਂ ਲੈ ਕਰਕੇ ਛਕਦੇ ਹਾਂ, ਅਸੀਂ ਆਪਣੀ ਦੁਕਾਨ ਥੋੜੀ ਬੰਦ ਕਰਨੀ ਹੈ। ਇਸ ਕਰਕੇ ਜਿਸ ਤਰ੍ਹਾਂ ਤੂੰ ਕਹਿੰਦਾ ਨਾ, ਉਸ ਤਰ੍ਹਾਂ ਹੀ ਅਸੀਂ ਕਹਿ ਕਰਕੇ ਚੰਗੀ ਤਰ੍ਹਾਂ ਵੇਖ ਕਰਕੇ ਤੇਰੇ ਲੜਕੀ ਦਾ ਸਬੰਧ ਜੋੜ ਕੇ ਆਵਾਂਗੇ। ਹੋਏ ਜਸ ਬ੍ਰਿੰਦ ਗੰਧ ਜਥਾ ਜਲ ਜਾਤ ਕੀ। ਤੇ ਫਿਰ ਵਧੀਆ ਫਿਰ ਵੇਖ ਕਰਕੇ ਖੋਜ ਪੜਤਾਲ ਕਰਕੇ ਇਸ ਤਰ੍ਹਾਂ ਦਾ ਸੰਬੰਧ ਸਥਾਪਿਤ ਕਰਾਂਗੇ ਜਿਸ ਕਰਕੇ ਸਾਰੇ ਲੋਕਾਂ ਦੇ ਵਿੱਚ ਤੇਰਾ ਜਸ ਹੋਵੇ। ਲੋਕਾਂ ਨੇ ਕਹਿਣਾ ਕਿ ਵਾਹ ਚੰਦੂ ਵਾਹ ਭਾਈ, ਬਹੁਤ ਵਧੀਆ ਥਾਂ ਤੇ ਆਪਣੇ ਲੜਕੀ ਦਾ ਤੂਨੇ ਰਿਸ਼ਤਾ ਕਰਨਾ ਕੀਤਾ, ਬਹੁਤ ਸੋਹਣਾ ਪਰਿਵਾਰ ਤੂਨੇ ਲੱਭਿਆ ਹੈ। ਕਈ ਵਾਰੀ ਪਿਆਰਿਓ ਵਧੀਆ ਘਰ ਦੇ ਵਿੱਚ ਸਬੰਧ ਜਿਹੜੇ ਸਥਾਪਿਤ ਹੋ ਜਾਂਦੇ। ਕਈ ਲੋਕ ਕਹਿੰਦੇ ਕਿ ਭਾਈ ਤੁਸਾਂ ਨੇ ਤਾਂ ਬੜਾ ਯੋਗ ਵਰ ਢੂੰਡਣਾ ਕੀਤਾ, ਕਿੱਥੋਂ ਇਹ ਲੱਭ ਕੇ ਲੈ ਕੇ ਆਏ, ਅਸਾਂ ਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਰਕੇ। ਇਸ ਤਰ੍ਹਾਂ ਲੋਕ ਤੈਨੂੰ ਸ਼ਾਬਾਸ਼ੀ ਦੇਣਗੇ, ਤੇਰਾ ਬੜਾ ਜਸ ਹੋਵੇਗਾ। ਕੀਜਾ ਵਿਦਾ ਮੋਹਿ ਤੋਹੇ ਕਾਜ ਸ਼ੁਭ ਹੋਏ। ਹੁਣ ਪੰਡਤ ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਹੁਣ ਆਪਾਂ ਜ਼ਿਆਦਾ ਸਮਾਂ ਇੱਥੇ ਨਹੀਂ ਲਾਉਣਾ, ਅਸੀਂ ਗੱਲ ਸਮਝ ਗਏ ਹਾਂ, ਸਾਨੂੰ ਵਿਦਾ ਕਰਨਾ ਕਰ, ਅਸੀਂ ਹੁਣ ਲੱਭ ਕੇ ਲੈ ਕੇ ਆਵਾਂਗੇ। ਜੋ ਹੈ ਸ਼ਗੁਨ ਅਨੂਠੇ ਅਬ ਸਮੇਂ ਚਲ ਜਾਤ ਕੀ। ਹੁਣ ਵਧੀਆ ਲਗਨ ਸ਼ਗਨ ਵੇਖ ਕਰਕੇ ਅਸੀਂ ਉਸ ਸਮੇਂ ਦੇ ਵਿੱਚ ਤੁਰ ਕਰਕੇ ਸਾਰਾ ਦੇਸ਼ ਵਿਦੇਸ਼ਾਂ ਦੇ ਵਿੱਚ ਵਧੀਆ ਵੇਖ ਕਰਕੇ ਯੋਗ ਵਰ ਤੇਰੇ ਵਾਸਤੇ ਅਸੀਂ ਢੂੰਡ ਕੇ ਲੈ ਕੇ ਆਉਣਾ ਹੈ। ਕਬਿਤ ਨਾਉ ਕਿਨ ਸਾਥ ਨਿਤ ਸੇਵਾ ਕਰੇ ਹਾਥ ਨਿਜ। ਇਸ ਤਰ੍ਹਾਂ ਪਿਆਰਿਓ ਨਾਉ ਕੀਨ ਦਾ ਮਤਲਬ ਹੈ ਕਿ ਇਹਨਾਂ ਨੇ ਕੀ ਕਰਨਾ ਕੀਤਾ। ਇਹ ਪੰਡਤ ਜਿਹੜੇ ਹਨ ਆਪਣੀ ਸੇਵਾ ਦੇ ਵਾਸਤੇ ਜਿਹੜੇ ਨਾਈ ਹੁੰਦੇ ਹਨ,
ਇਹ ਨਾਈਆਂ ਨੂੰ ਆਪਣੇ ਨਾਲ ਰੱਖਿਆ ਕਰਦੇ। ਵਿਸ਼ੇਸ਼ ਕਰਕੇ ਪਿਆਰਿਓ ਹਿੰਦੂ ਮਤ ਦੇ ਵਿੱਚ ਇਹ ਪਰੰਪਰਾ ਸੀ। ਚਲੋ ਅੱਜ ਤਾਂ ਉਹ ਰਿਵਾਜ ਘਟ ਗਿਆ। ਪਹਿਲੇ ਜ਼ਮਾਨਿਆਂ ਦੇ ਵਿੱਚ ਪਿਆਰਿਓ ਵਿਆਹ ਸ਼ਾਦੀ ਜਿਹੜੀ ਹੁੰਦੀ ਹੈ ਉਹਦੇ ਵਾਸਤੇ ਜਿਹੜੇ ਕੰਮਕਾਜ ਹੁੰਦੇ ਸੀ ਨਾ ਛੋਟੇ ਮੋਟੇ, ਤੇ ਉਹ ਸਾਰੇ ਜਿਹੜੇ ਹਨ ਨਾਈ ਜਿਹੜੇ ਉਹ ਕੰਮ ਕਰਿਆ ਕਰਦੇ ਕਿ ਭਾਈ ਕਿ ਹਾਂ ਜੀ ਇੱਥੇ ਰਿਸ਼ਤਾ ਜੋੜਨ ਵਾਸਤੇ ਜਾਣਾ, ਜਿਹੜਾ ਸਮਾਨ ਚੱਕਣਾ ਉਹ ਲੈ ਕੇ ਜਾਇਆ ਕਰਦੇ ਸਨ, ਉਹ ਸਾਰਾ ਇਹ ਕੰਮ ਕਰਿਆ ਕਰਦੇ। ਤੇ ਇਹਨਾਂ ਨੇ ਕੀ ਕਰਨਾ ਕੀਤਾ, ਜਿਹੜੇ ਨਾਈ ਜਿਹੜੇ ਹਨ ਉਹਨਾਂ ਨੂੰ ਆਪਣੇ ਨਾਲ ਲੈ ਲਿਆ। ਔਰ ਦਾਸ ਕਰੇ ਸੰਗ ਅਧਿਕ ਸਮਾਜ ਤੇ, ਨਾਲ ਔਰ ਵੀ ਬਹੁਤ ਸਾਰੇ ਦਾਸ ਦਾਸੀਆਂ ਨੂੰ ਆਪਣੇ ਨਾਲ ਲਿਆ ਹੈ ਵਧੀਆ ਟੌਰ ਦਿਖਾਉਣ ਦੇ ਵਾਸਤੇ ਕਿ ਭਾਈ ਅਸੀਂ ਚੰਦੂ ਦੇ ਜਿਹੜੇ ਬਾਹਮਣ ਹਾਂ, ਚੰਦੂ ਦਾ ਅਸੀਂ ਉਹਦੇ ਲੜਕੀ ਦਾ ਰਿਸ਼ਤਾ ਵੇਖਣ ਵਾਸਤੇ ਆਏ ਹਾਂ। ਵਧੀਆ ਜਿਹੜਾ ਫੌਜ ਫਟਾ ਹੋਵੇ, 8-10 ਬੰਦੇ ਹੋਣ ਤੇ ਲੋਕਾਂ ਦੇ ਉੱਤੇ ਵਧੀਆ ਪ੍ਰਭਾਵ ਪਵੇਗਾ। ਇਸ ਕਰਕੇ ਚੰਦੂ ਨੂੰ ਕਹਿ ਕਰਕੇ ਨਾਲ ਬਹੁਤ ਸਾਰੇ ਦਾਸ ਦੇ ਦਾਸੀਆਂ ਨੂੰ ਆਪਣੇ ਨਾਲ ਲਿਆ ਇਹਨਾਂ ਬਾਹਮਣਾਂ ਨੇ। ਨਗਰ ਨਗਰ ਪ੍ਰਤੀ ਖੋਜਤ ਫਿਰਤ ਬਰ, ਇਸ ਤਰ੍ਹਾਂ ਯੋਗ ਵਰ ਦੀ ਇਹ ਭਾਲ ਕਰਦੇ ਕਰਦੇ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਵਿਚਰ ਰਹੇ ਹਨ। ਰਹਿਣ ਕੋ ਬਸੇਰਾ ਕਰ ਹਿਰੇ ਸਭ ਸਾਜਤੇ, ਰਾਤ ਨੂੰ ਕਿੱਥੇ ਇਹ ਟਿਕ ਜਾਂਦੇ, ਦਿਨ ਚੜ ਗਿਆ ਫਿਰ ਪਿਆਰਿਓ ਅਗਰੇ ਰਾਜ ਦੇ ਵਿੱਚ ਚੱਲ ਜਾਂਦੇ। ਉੱਥੇ ਜਾ ਕਰਕੇ ਪੁੱਛਦੇ ਕਿ ਭਾਈ ਕੋਈ ਹੈ ਵਧੀਆ, ਕੋਈ ਰਾਜਕੁਮਾਰ ਵਧੀਆ ਕੁਲ ਦਾ ਬੰਦਾ, ਅਸੀਂ ਚੰਦੂ ਜਿਹੜਾ ਬਾਦਸ਼ਾਹ ਜਿਹੜਾ ਵਜ਼ੀਰ ਹੈ ਹਿੰਦੁਸਤਾਨ ਦਾ, ਤੇ ਉਹਦਾ ਲੜਕੀ ਦਾ ਅਸਾਂ ਨੇ ਵਿਆਹ ਕਰਨਾ ਹੈ, ਰਿਸ਼ਤਾ ਜੋੜਨਾ। ਇਸ ਤਰ੍ਹਾਂ ਨਗਰਾਂ ਨਗਰਾਂ ਦੇ ਵਿੱਚ ਤੁਰਦੇ ਵਿਚਰਦੇ ਪੁੱਛ ਪੜਤਾਲ ਕਰਦੇ। ਜਹਾਂ ਆਛੀ ਕੁਲ ਤਾਂ ਧਨ ਮੈਂ ਨ ਤੁਲ ਹੋਤ, ਇਸ ਤਰ੍ਹਾਂ ਚੱਲਦੇ ਚੱਲਦੇ ਇਹਨਾਂ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਲੱਭਣਾ ਕੀਤਾ, ਵੇਖਣਾ ਕੀਤਾ, ਲੇਕਿਨ ਕੀ ਤੱਕਦੇ ਜਿੱਥੇ ਪਿਆਰਿਓ ਵਧੀਆ ਕੁਲ ਹੋਵੇ, ਭਾਵ ਕਿ ਖੱਤਰੀਆਂ ਦੀ ਉੱਚ ਜਾਤੀ ਹੋਵੇ, ਮਨ ਬੜਾ ਪ੍ਰਸੰਨ ਹੋ ਜਾਂਦਾ ਬਾਹਮਣਾਂ ਦਾ। ਇਹਨਾਂ ਨੂੰ ਲੱਗਦਾ ਕਿ ਚਲੋ ਜੀ ਗੱਲ ਬਣ ਜਾਵੇਗੀ। ਉੱਥੇ ਜਾ ਕਰਕੇ ਜਦੋਂ ਤੱਕਦੇ ਤੇ ਫਿਰ ਕੁਲ ਤਾਂ ਪਿਆਰਿਓ ਮੈਚ ਕਰਦੀ ਹੈ, ਕੁਲ ਤਾਂ ਠੀਕ ਹੁੰਦੀ, ਲੇਕਿਨ ਬੰਦੇ ਦੇ ਕੋਲ ਧਨ ਨਹੀਂ ਹੁੰਦਾ, ਉਨਾ ਵੱਡਾ ਉਹਦੇ ਕੋਲ ਸਰਮਾਇਆ ਨਹੀਂ ਹੁੰਦਾ। ਜਹਾਂ ਧਨ ਤੁਲ ਤਾਂ ਕੁਲ ਨਹੀਂ ਰਾਜ ਤੇ, ਫਿਰ ਕਿੱਥੇ ਜਦੋਂ ਵੇਖਦੇ ਕਿ ਭਾਈ ਫਲਾਣਾ ਰਾਜਾ ਜਿਹੜਾ ਉਹਦਾ ਲੜਕਾ ਹੈ ਭਾਈ ਬਹੁਤ ਵੱਡਾ, ਇਹਦੇ ਕੋਲ ਮਾਇਆ ਧਾਰੀ ਹੈ, ਬਹੁਤ ਜ਼ਿਆਦੀ ਧਨ ਪਦਾਰਥ ਆਦਿਕ ਹਨ, ਫਿਰ ਜਾ ਕਰਕੇ ਉੱਥੇ ਜਦੋਂ ਪੜਤਾਲ ਨਾ ਕਰਦੇ ਤੇ ਉੱਥੇ ਜਾਤ ਨਹੀਂ ਰਲਦੀ ਹੈ। ਜਹਾਂ ਧਨ ਕੁਲ ਮੈਂ ਸੋ ਤੁਲਯਤਾ ਮਿਲਤ ਆਏ, ਜਿੱਥੇ ਫਿਰ ਧਨ ਕਰਕੇ ਵੀ ਕੁਲ ਕਰਕੇ ਵੀ ਪਿਆਰਿਓ ਤੇ ਤੁਲਤਾ ਭਾਵ ਕੇ ਇਹ ਮਿਲ ਜਾਂਦੇ ਹਨ। ਚੰਗਾ ਕੁਲ ਦਾ ਵੀ ਬੰਦਾ ਲੱਭ ਜਾਂਦਾ, ਮਾਇਆਤਾਰੀ ਵੀ ਜਦੋਂ ਲੱਭ ਜਾਂਦਾ। ਬਾਲਕ ਬਿਹੀਨ ਰੂਪ ਹੇਰਤ ਕੋ ਕਾਜ, ਉੱਥੇ ਜਾ ਕਰਕੇ ਜਦੋਂ ਇਹ ਤੱਕਦੇ ਹਨ ਬੜਾ ਵੇਖ ਕਰਕੇ ਮਨ ਇਹਨਾਂ ਦਾ ਪ੍ਰਸੰਨ ਹੋ ਜਾਂਦਾ। ਹੁਣ ਸੋਚਦੇ ਕਿ ਚਲੋ ਜੀ ਹੁਣ ਤਾਂ ਇਹ ਤਾਂ ਕੁਲ ਵੀ ਮਿਲ ਗਈ ਹੈ, ਇਹ ਵੀ ਖੱਤਰੀ ਉੱਚੇ ਜਾਤੀ ਦੇ ਲੋਕ ਹਨ ਤੇ ਫਲਾਣਾ ਵੀ ਚੰਦੂ ਜਿਹੜਾ ਉਹਦੀ ਜਾਤੀ ਦੇ ਨਾਲ ਜਿਹੜਾ ਇਹਦੀ ਜਾਤੀ ਰਲਦੀ ਹੈ, ਨਾਲ ਮਾਇਆ ਧਾਰੀ ਵੀ ਬਹੁਤ ਤਗੜਾ ਹੈ, ਬਹੁਤ ਜ਼ਿਆਦਾ ਇਹਦਾ ਖਿਲਾਰਾ ਹੈ, ਮਾਲ ਧਨ ਹੈ। ਫਿਰ ਬਾਅਦ ਦੇ ਵਿੱਚ ਬੜੇ ਪ੍ਰਸੰਨ ਹੋ ਕਰਕੇ ਜਾ ਕਰਕੇ ਵੇਖਦੇ ਬੱਚਾ ਜਿਹੜਾ ਹੈ ਉਹ 1 ਨੰਬਰ ਦਾ ਨਿਕੰਮਾ ਹੁੰਦਾ, ਬੱਚੇ ਦੇ ਕੋਲ ਕੋਈ ਗੁਣ ਨਹੀਂ ਹੁੰਦੇ ਹਨ, ਚੰਗਾ ਰੂਪ ਜਿਹੜਾ ਸੁਨੱਖਾ ਰੂਪ ਨਹੀਂ ਹੁੰਦਾ। ਫਿਰ ਮਨ ਦੇ ਵਿੱਚ ਬੜਾ ਪਛਤਾਪ ਕਰਦੇ, ਭਾਵ ਕਿ ਚੰਦੂ ਨੇ 3 ਗੱਲਾਂ ਦਸੀਆਂ ਸੀ ਕਿ ਇੱਕ ਜਾਤੀ ਰਲਣੀ ਚਾਹੀਦੀ ਹੈ ਤੇ ਨਾਲ ਸਾਡੇ ਹੈਸੀਅਤ ਦਾ ਧਨ ਪਦਾਰਥ ਕਰਕੇ ਬੰਦਾ ਹੋਵੇ, ਮਾਇਆਤਾਰੀ ਹੋਵੇ। ਤੀਜਾ ਬਚਨ ਕਿਹਾ ਕਿ ਲੜਕਾ ਜਿਹੜਾ ਬਹੁਤ ਤਗੜਾ ਖੂਬਸੂਰਤ ਹੋਵੇ, ਕੱਦ ਕਾਠੀ ਜਿਹਦੀ ਬੜੀ ਮਜ਼ਬੂਤ ਹੋਵੇ। ਜਦੋਂ 2 ਗੱਲਾਂ ਰਲ ਜਾਂਦੀਆਂ ਤੀਜੀ ਨਹੀਂ ਰਲਦੀ ਹੈ, ਬੜੇ ਨਿਰਾਸ਼ ਹੋ ਜਾਂਦੇ। ਇਸ ਤਰ੍ਹਾਂ ਪਿਆਰਿਓ ਇਹਨਾਂ ਨੇ ਕਈ ਥਾਂ ਤੇ ਲੱਭਣਾ ਕੀਤਾ, ਵੇਖ ਕਰਕੇ ਹਾਰ ਗਏ, ਥੱਕ ਗਏ। ਹੁਣ ਅੱਗੇ ਕਿਸ ਤਰ੍ਹਾਂ ਫਿਰ ਚੱਲਦੇ ਚੱਲਦੇ ਗੁਰੂ ਘਰ ਦੇ ਵਿੱਚ ਇਹ ਆਉਂਦੇ ਹਨ।
ਉਹ ਇਤਿਹਾਸ ਆਪਾਂ ਨੇ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਕਰੋ ਵਿਚਾਰ ਕਰਦੇ ਹਾਂ। ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖਾਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ, ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ।
ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ। ਜੀਓ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।